ਸਾਡੇ ਖੂਨ ਦੇ ਵਿੱਚ ਸਾਰਿਆਂ ਦੇ ਵਿੱਚ ਮਤਲਬ ਕਿ ਜੋਸ਼ੀਲਾਪਣ, ਹਿੰਮਤ ਇਹ ਸਾਰਾ ਚਾਹੀਦੀ ਹੈ। ਲੀਡਰਾਂ ਨੂੰ ਕਿਹੜਾ ਕੋਈ ਬਾਹਰੋਂ ਪੈਸਾ ਡਿੱਗਦਾ ਵੀ ਉਹਦੇ ਤੇ ਅਗਲਾ ਘਰ ਚਲਾ ਲੂ। ਲੀਡਰ ਚੋਂ ਅੱਜ ਸਾਡੇ ਬਾਪੂ ਨਾਲ ਕਿਵੇਂ ਕਹਿੰਦੇ ਵੀ ਹਜ਼ਾਰ ਮੁੰਡਾ ਫੋਟੋਆਂ ਖਿਚਾਉਂਦਾ ਹੈ। ਉਸ ਵੇਲੇ ਲੱਗਦਾ ਸੀ ਵੀ ਯਾਰ ਬਾਪੂ ਜੀ ਉਸ ਵੇਲੇ ਐਂ ਦਰੀਆਂ ਝਾੜਦੇ ਫਿਰਦੇ ਨੇ, ਕਦੇ ਝੰਡਾ ਚੱਕ ਕੇ ਇੱਧਰ ਨੂੰ ਤੁਰ ਪਏ, ਕਦੇ ਇੱਧਰ ਨੂੰ ਤੁਰ ਪਏ, ਉਦੋਂ ਲੱਗਦਾ ਸੀ। ਇਹ ਜਦੋਂ ਆ ਕੇ ਸਾਡੇ ਪਰਿਵਾਰ 'ਚ ਬਹਿੰਦਾ ਸੀ, ਏਡਾ ਨਹੀਂ ਬੰਨੀ ਦੀ ਗੱਲ ਕਰਦਾ ਸੀ। ਮੈਂ ਉਹਨਾਂ ਦਾ ਨਾਂ ਸੁਣ ਕੇ ਵੀ ਰਾਜੀ ਨਹੀਂ। ਬਾਪੂ ਜੀ ਦਾ ਨਾਮ ਤਾਂ ਜੀ ਸਾਰੇ ਕਿਤੇ ਚੱਲਦਾ ਸੀਗਾ। ਸਾਨੂੰ 2-3 ਥਾਵਾਂ ਤੇ ਰੋਕਿਆ, ਮੇਰੇ ਦੋਸਤਾਂ ਨੂੰ ਰੋਕਿਆ, ਦਾਦਾ ਜੀ ਦਾ ਨਾਮ ਲਿਆ, ਉਹ ਕਹਿੰਦੇ ਅਸੀਂ ਪੋਤਰੇ ਆ। ਇਹ ਸੁੱਖੀ ਤਾਂ 100% ਬਣੂਗਾ ਆਉਣ ਵਾਲੇ ਲੀਡਰ। ਕਿਉਂ ਮੈਂ ਪਹਿਲਾਂ ਕਰੀ ਹੈ, ਫਿਰ ਇਹ ਤਾਂ ਕੰਮ ਕਰਦਾ ਹੈਗਾ। ਇਹ ਸਾਤੋਂ 2 ਬੰਦਿਆਂ ਤੋਂ ਸਿੱਖਿਆ ਲਊਗਾ, ਆਪਦੇ ਗਵਾਂਢੀਆਂ ਤੋਂ ਸਿੱਖਿਆ ਲਊਗਾ। ਮੈਂ ਹਰਟ ਹੋਇਆ ਉਹ ਗੱਲ ਤੋਂ ਵੀ ਉਹਦੇ ਗੋਲੀ ਮਾਰੀ ਉਹਨਾਂ ਨੇ, ਕਿਵੇਂ ਲਾਓ। ਉਹ ਮੁੰਡੇ ਨੂੰ ਜ਼ਰੂਰਤ ਪਈ, ਉਹਨਾਂ ਦੀਆਂ ਪਾਲਿਸੀਆਂ ਮਾੜੀਆਂ ਸੀ ਤਾਂ ਅਸੀਂ ਦਿੱਲੀ ਗਏ। ਉਹਦੀ ਮਾਂ ਹੁਣ ਉਹਦੇ ਕੱਪੜਿਆਂ ਨੂੰ ਲੈ ਕੇ ਆਪਦੀ ਛਾਤੀ ਨਾਲ ਲਾ ਕੇ ਉਹ ਰੋ ਰਹੀ ਆ। ਤਾਂ ਬੱਚਿਆਂ ਦੇ ਮਤਲਬ ਕਤਲ ਵੀ ਹੁੰਦੇ ਨੇ, ਬਜ਼ੁਰਗਾਂ ਦੇ ਵੀ ਹੁੰਦੇ ਨੇ, ਨੌਜਵਾਨਾਂ ਦੇ ਵੀ ਹੁੰਦੇ ਨੇ। ਇਹ ਤਸ਼ੱਦਦ ਹੁੰਦਾ ਹੈ। ਹੱਕ ਕਿੱਥੇ ਮਿਲਦੇ ਜੀ? 2 ਰੁਪਏ ਕਿਲੋ ਗੋਭੀ ਵੇਚਦੇ। ਮੈਂ ਲੋਕਾਂ ਨੂੰ ਬਹੁਤ ਪ੍ਰੇਰਿਤ ਕਰਦਾ ਵੀ ਜ਼ਮੀਨ ਨਹੀਂ ਵੇਚਣੀ ਚਾਹੀਦੀ। ਖੁਦ ਮੈਨੂੰ ਮਜਬੂਰ ਹੋ ਕੇ ਉਹਦੇ 4 ਕਿੱਲੇ ਵੇਚਣੇ ਪਏ ਆ। ਆਪਦੇ ਹੱਕਾਂ ਲਈ ਲੜਾਂਗੇ, ਜਿੰਨਾ ਚਿਰ ਜਾਨ ਰਹੂਗੀ ਮਰਦੇ ਦਮ ਤੱਕ ਲੜਾਂਗੇ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਆਨੰਦਪ੍ਰੀਤ ਸਿੰਘ। ਲਗਾਤਾਰ ਕਿਸਾਨੀ ਸੰਘਰਸ਼ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਚੱਲ ਰਿਹਾ। ਉਸ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ, ਲੀਡਰ ਨੇ, ਅਹਿਮ ਭੂਮਿਕਾ ਨਿਭਾ ਰਹੇ ਨੇ। ਪੰਜਾਬ ਦੇ ਵਿੱਚੋਂ ਸੰਘਰਸ਼ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਭਾਰਤ ਦੇ ਵੱਖੋ ਵੱਖਰੇ ਹਿੱਸਿਆਂ ਤੱਕ ਪਹੁੰਚਿਆ ਇਹ ਅੰਦੋਲਨ। ਅੱਜ ਦੇਸ਼ ਵਿਦੇਸ਼ਾਂ ਦੀਆਂ ਧਰਤੀਆਂ ਤੱਕ ਇਹ ਅੰਦੋਲਨ ਨੇ ਆਪਣੇ ਪੈਰ ਜਿਹੜੇ ਉਹ ਪਸਾਰ ਲਏ ਨੇ। ਜਦੋਂ ਗੱਲ ਲੀਡਰਾਂ ਦੀ ਤੁਰਦੀ ਹੈ ਤੇ ਪੰਜਾਬ ਦੇ ਵਿੱਚੋਂ ਕੁਝ ਸਿਰਕੱਢਵੇਂ ਲੀਡਰ ਨੇ ਜਿਨ੍ਹਾਂ ਬਾਰੇ ਅਕਸਰ ਵਿਚਾਰ ਚਰਚਾ ਹੁੰਦੀ ਹੈ। ਅਕਸਰ ਤੁਸੀਂ ਉਹਨਾਂ ਦੀ ਇੰਟਰਵਿਊਜ਼ ਦੇਖਦੇ ਹੋ, ਗੱਲਬਾਤ ਸੁਣਦੇ ਹੋ। ਜਿਹੜਾ ਦੇਸੀ ਭਾਸ਼ਾ ਦੇ ਵਿੱਚ ਕੋਈ ਗੱਲਬਾਤ ਕਰਦਾ ਹੈ, ਮਾਨਸੇ ਦੇ ਵਿੱਚ ਖੜੇ ਆ ਤੇ ਜਦੋਂ ਮਾਨਸਾ ਦੇ ਵਿੱਚ ਜਿਹੜੀ ਮਲਵਈ ਬੋਲੀ ਆ ਉਹਦੇ ਵਿੱਚ ਕੋਈ ਗੱਲਬਾਤ ਕਰਦਾ ਤੇ ਤੁਹਾਨੂੰ ਬਹੁਤ ਪਸੰਦ ਆਉਂਦਾ। ਮੈਂ ਗੱਲ ਕਰ ਰਿਹਾ ਰੁਲਦੂ ਸਿੰਘ ਮਾਨਸਾ ਦੀ, ਖੁੰਡੇ ਵਾਲੇ ਬਾਪੂ ਕਰਕੇ ਮਸ਼ਹੂਰ ਨੇ। ਅੱਜ ਉਹਨਾਂ ਦੇ ਮਾਨਸੇ ਦੇ ਵਿੱਚ ਪਹੁੰਚੇ ਆ। ਅੱਜ ਮੇਰੇ ਖੱਬੇ ਹੱਥ ਤੁਹਾਨੂੰ ਉਹ ਫੱਟਾ ਨਜ਼ਰ ਆਏਗਾ ਜਿਹਨੂੰ ਪਿੰਡ ਦੀ ਸੱਥ ਵੀ ਕਿਹਾ ਜਾਂਦਾ ਹੈ। ਅਕਸਰ ਕਿਹਾ ਜਾਂਦਾ ਕਿ ਪਿੰਡ ਦੀ ਸੱਥ ਦੇ ਵਿੱਚੋਂ ਸੱਚ ਸਾਹਮਣੇ ਆਉਂਦਾ ਹੈ ਕਿ ਪਿੰਡ ਦੇ ਜਿਹੜੇ ਵੀ ਬੰਦੇ ਬਾਰੇ ਗੱਲਬਾਤ ਕਰਨੀ ਹੋਵੇ, ਜਿਸ ਬਾਰੇ ਵੀ ਕੋਈ ਰਾਏ ਬਣਾਉਣੀ ਹੋਵੇ ਜਾਂ ਉਸ ਬਾਰੇ ਪਤਾ ਕਰਨਾ ਹੋਵੇ ਤਾਂ ਪਿੰਡ ਦੀ ਸੱਥ ਵਿੱਚੋਂ ਸਭ ਕੁਝ ਪਤਾ ਲੱਗ ਜਾਂਦਾ ਹੈ। ਤੇ ਉਸੇ ਪਿੰਡ ਦੀ ਸੱਥ ਦੇ ਵਿੱਚ ਅਸੀਂ ਪਹੁੰਚੇ ਹਾਂ। ਘਰ ਪੁੱਛਦੇ ਹਾਂ ਮਾਨਸਾ ਸਾਹਿਬ ਦਾ, ਮਾਨਸਾ ਸਾਹਿਬ ਬਾਰੇ ਗੱਲਬਾਤ ਕਰਦੇ ਹਾਂ ਕਿ ਆਖਰ ਸੁਭਾਅ ਕਿਹੋ ਜਿਹਾ ਹੈ, ਕਿਵੇਂ ਵਿਚਰਦੇ ਨੇ ਪਿੰਡ ਵਾਲਿਆਂ ਨਾਲ, ਕਿੱਦਾਂ ਸੰਘਰਸ਼ ਦੇ ਵਿੱਚ ਰਹੇ ਨੇ। ਲੀਡਰਾਂ ਦੇ ਬਾਰੇ ਜਦੋਂ ਗੱਲਬਾਤ ਤੁਰਦੀ ਹੈ ਤਾਂ ਪਿੰਡ ਵਾਲਿਆਂ ਤੋਂ ਜ਼ਰੂਰ ਪੁੱਛਦੇ ਹਾਂ ਜੀ। ਪਿੰਡ ਕਹਿੰਦੇ ਸੱਥ ਹੁੰਦੀ ਆ, ਸਭ ਕੁਝ ਪਿੰਡ ਦੇ ਸੱਥ ਤੋਂ ਚ ਪਤਾ ਲੱਗ ਜਾਂਦਾ। ਮਾਨਸਾ ਸਾਹਿਬ ਦਾ ਘਰ ਵੀ ਜਾਣਾ ਸੀ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਆਏ ਹਾਂ। ਪਹਿਲਾਂ ਮਾਨਸਾ ਸਾਹਿਬ ਬਾਰੇ ਦੱਸੋ, ਕਿਹੋ ਜਿਹਾ ਸੁਭਾਅ ਹੈ, ਕਿੱਦਾਂ ਤੁਹਾਡੇ ਨਾਲ ਵਿਚਰਦੇ ਨੇ? ਵਧੀਆ ਸੁਭਾਅ ਜੀ ਉਹਨਾਂ ਦਾ। ਇੱਥੇ ਸਾਰੇ ਆਪ ਵਧੀਆ ਮਿਲਦੇ ਆ ਜੀ, ਘਰਦਿਆਂ ਵਾਂਗੂ, ਜਿਵੇਂ ਆਮ ਸਕਿਆਂ ਵਾਂਗੂ ਰਹਿੰਦੇ ਆ ਜੀ ਅਸੀਂ ਉਰੇ। ਵਧੀਆ ਆਮ ਵੀ ਲੋਕਾਂ ਨਾਲ ਵਧੀਆ ਰਹਿੰਦੇ ਆ। ਜਦੋਂ ਗੱਲ ਤੁਰਦੀ ਹੈ ਮਾਨਸਾ ਦੀ ਗੱਲ ਤੁਰਦੀ ਹੈ, ਤੁਹਾਡੇ ਮਾਨਸਾ ਦਾ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਪ੍ਰਧਾਨ ਜੀ ਨੂੰ ਦੇਖਦੇ ਹੋ ਦਿੱਲੀ ਦੀਆਂ ਸਟੇਜਾਂ ਦੇ ਉੱਤੇ ਗਰਕ ਦੇ ਨਾਲ ਗੱਲਬਾਤ ਕਰਦੇ ਹੋ? ਜੋ ਖੁੰਡੇ ਵਾਲਾ ਦੇਖਦੇ ਸਾਨੂੰ ਪੂਰਾ ਮਾਣ ਹੁੰਦਾ ਜੀ ਉਰੇ। ਜੋ ਖੁੰਡਾ ਦੇਖਦੇ ਆ ਉਰੇ ਉਹਦਾ ਵੀ ਆਹ ਖੜਾ ਸਾਡਾ ਬੰਦਾ, ਜਦੋਂ ਸਾਡੇ ਵਿਹੜੇ ਦਾ ਪ੍ਰਧਾਨ ਹੈ ਘਰਾਂ ਦਾ ਸਾਡਾ ਜੀ ਉਰੇ। ਇੱਥੋਂ ਸ਼ੁਰੂ ਕਰੀ ਹੈ ਯੂਨੀਅਨ ਜੀ, ਦੁੱਧ ਡੋਲ ਕੇ ਪਹਿਲਾਂ ਸ਼ੁਰੂ ਕਰੀ ਇੱਥੋਂ ਦੁੱਧਾਂ ਦੇ ਰੇਟਾਂ ਤੋਂ ਜੀ। ਇੱਥੇ ਯੂਨੀਅਨ ਨੇ ਉਰੇ ਜਨਮ ਲਿਆ ਕੋਠਿਆਂ 'ਚ, ਇਹਨਾਂ ਨੇ ਜਨਮ ਦਿਵਾਉਣ ਵਾਲੇ ਨੇ ਰੁਲਦੂ ਸਿੰਘ ਜੀ। ਸਾਰੇ ਕੋਠਾਂ ਦਾ ਐਡਾ ਏਕਾ ਸਾਡਾ ਬਹੁਤ ਜ਼ਿਆਦਾ ਹੈ। 40 ਸਾਲ ਹੋ ਗਏ, 40 ਸਾਲਾਂ 'ਚ ਬੜੇ ਸੰਘਰਸ਼ ਦੇਖੇ ਹੋਣਗੇ, ਲੀਡਰੀਆਂ ਦੇਖੀਆਂ ਹੋਣਗੀਆਂ, ਕੇਸ ਦੇਖੇ ਹੋਣਗੇ, ਪਰਚੇ ਦੇਖੇ ਹੋਣਗੇ। ਕੀ ਲੱਗਦਾ ਕੀ ਹੈ ਅੱਜ ਪ੍ਰਧਾਨ ਜੀ ਨੂੰ ਉੱਥੇ ਤੱਕ ਦੇਖਦੇ ਹੋ ਤਾਂ ਪਿੰਡ ਵਾਲਿਆਂ ਦੀ ਸੋਚਣੀ ਕੀ ਹੈ? ਤੁਸੀਂ ਬੈਠੇ ਹੋ, ਬਜ਼ੁਰਗ ਵੀ ਬੈਠੇ ਨੇ, ਨਵੀਂ ਪੀੜ੍ਹੀ ਵੀ ਬੈਠੀ ਹੈ, ਤਾਂ ਕੀ ਸੋਚਣੀ ਕੀ ਹੈ ਉਹਨਾਂ ਬਾਰੇ? ਸੋਚਣੀ ਵਧੀਆ ਸਾਡੀ, ਆਪ ਦਾ ਬੰਦਾ ਸਾਡਾ ਜੀ। ਸੋਚਣੀ ਹੈ ਜੋ ਲੋਕਾਂ ਬਾਰੇ ਵਧੀਆ ਸੋਚਦਾ ਜੀ, ਉਹ ਗਰੀਬਾਂ ਬਾਰੇ ਵਧੀਆ ਸੋਚਦਾ, ਸਾਰਿਆਂ ਵਾਸਤੇ ਵਧੀਆ ਸੋਚ ਹੈ ਜੀ ਉਹਨਾਂ ਦੀ। ਪਿੰਡ ਲਈ ਖੜਦਾ ਜੀ, ਪਿੰਡ ਲਈ ਪੂਰਾ ਖੜਦਾ ਜੀ। ਇੱਥੇ ਮਾੜਾ ਜਿਹਾ ਹੁਣ ਕਹਿ ਦਿਓ ਤੁਸੀਂ ਐਂ ਕਰੋ, ਜੇ ਸਾਰੇ ਘਰ 4 ਵੀ ਉਹਨੂੰ ਫੋਨ ਵਗ ਜੇ ਇੱਥੇ ਆਵੋ, ਜੋ ਦਿੱਲੀ ਤੋਂ ਵੀ ਆ ਜਾਊਗਾ ਵੀ ਆਪਾਂ ਨੂੰ ਲੋੜ ਹੈ ਉਰੇ ਆਓ, ਉਹਦੀ ਆਊਗਾ ਜੀ ਇੱਥੇ। ਤੇ ਅਸੀਂ ਵੀ ਜਦੋਂ ਘਰੋਂ ਬੈਠਾ ਚਾਹੇ ਫੋਨ ਮਾਰਦੇ ਜਾਂ ਆਵਾਜ਼ ਮਾਰਦੇ ਸਾਰੇ ਇਕੱਠੇ ਹੋ ਜਾਂਦੇ ਜੀ ਉਹਦੇ ਕਹੇ ਤੋਂ।
ਜਿੱਧਰ ਨੂੰ ਤਿਆਰੀ ਹੈ ਬਸ ਜਿੱਧਰ ਨੂੰ ਕਹਿਤਾ। ਦਿੱਲੀ ਵੀ ਜਾ ਕੇ ਆਏ ਹੋ? ਦਿੱਲੀ ਵੀ ਗਏ ਆ ਜੀ, ਦਿੱਲੀ ਪੂਰਾ ਜਾ ਕੇ ਆਏ ਜੀ। ਹੁਣ ਇਹ ਤਾਂ ਉੱਦਾਂ ਦੇ ਉੱਥੇ ਹੀ ਨੇਗੇ। ਸਾਡੇ ਐ ਵੀ 10 ਬੰਦੇ ਵਗ ਜਾਂਦੇ ਨੇ, 10 ਆ ਜਾਂਦੇ ਨੇ, 15 ਵਗ ਜਾਂਦੇ ਨੇ, 5 ਆ ਜਾਂਦੇ ਨੇ, ਬਸ ਐਵੇਂ ਵਾਰੀ ਨਾਲ ਜਾਂਦੇ ਆ ਜੀ ਸਾਰੇ ਘਰ ਜੀ ਜਿੰਨੇ ਵੀ ਹੈਗੇ ਆ। ਸੋ ਬਿਲਕੁਲ ਬਾਈ ਜੀ, ਘਰ ਪੁੱਛਣਾ ਚਾਹਾਂਗੇ ਕਿੱਥੇ ਹੈ ਮਾਨਸਾ ਸਾਹਿਬ ਦਾ ਘਰ, ਕਿਹੜੀ ਗਲੀ 'ਚ ਹੈ ਜੀ? ਉਹ ਅਗਲੀ ਗਲੀ 'ਚ ਆ ਬਈ, ਉਹ ਸਿੱਧਾ ਜਾ ਕਿਹੜੀ ਵਾਲੀ ਗਲੀ 'ਚ? ਹਾਂਜੀ ਹਾਂਜੀ। ਉਹ ਰੁਲਦੂ ਸਿੰਘ ਵਾਲੀ ਗਲੀ ਵੱਜਦੀ ਆ ਜੀ, ਉਹਨਾਂ ਵਾਲੇ ਪ੍ਰਧਾਨ ਦੇ ਨਾਂ ਤੇ ਵੱਜਦੀ ਆ ਜੀ। ਸਾਹਮਣੇ ਬੋਰਡ ਲੱਗਿਆ ਹੋਇਆ ਗਲੀ ਦਾ ਜੀ, ਲਿਖਿਆ ਹੋਇਆ ਗਲੀ ਰੁਲਦੂ ਪ੍ਰਧਾਨ ਵਾਲੀ ਜੀ, ਉਹ ਗਲੀ ਹੈ ਜੀ ਉਹਨਾਂ ਦੀ। ਆ ਫੱਟਾ ਹੈ, ਬੜਾ ਮਸ਼ਹੂਰ ਫੱਟਾ ਹੈ ਤੇ ਕਹਿੰਦੇ ਕਿ ਰੁਲਦੂ ਮਾਨਸਾ ਦੇ ਜਿਹੜੇ ਪਰਿਵਾਰ ਦੇ ਜੀ ਸੀਗੇ ਜਾਂ ਇਹਨਾਂ ਦੇ ਪਰਿਵਾਰਕ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਸ਼ੁਰੂ ਕੀਤਾ ਤੇ ਫੱਟੇ ਦੇ ਉੱਤੇ ਅੱਜ ਵੀ ਤੁਹਾਨੂੰ ਪਿੰਡ ਦੀ ਸੱਥ ਵਾਂਗੂ ਬਜ਼ੁਰਗ ਬੈਠੇ ਹੋਏ ਨਜ਼ਰ ਆਉਣਗੇ। ਬਜ਼ੁਰਗਾਂ ਨੂੰ ਤੁਸੀਂ ਸੁਣਿਆ, ਉਹਨਾਂ ਦਾ ਕਹਿਣਾ ਸੀ ਕਿ ਮਾਨਸਾ ਸਾਹਿਬ ਦੀ ਸਾਡੇ ਨਾਲ ਪਿੰਡ ਵਾਲਿਆਂ ਨਾਲ ਬਹੁਤ ਚੰਗੀ ਆ, ਉੱਠਣੀ ਬੈਠਣੀ ਆ। ਜੋ ਉਹਨਾਂ ਦੇ ਘਰ ਜਾਂਦੇ ਆ, ਘਰ ਜਾ ਕੇ ਛਾਪਾ ਮਾਰਦੇ ਆ, ਦੇਖਦੇ ਆ ਘਰ ਪਰਿਵਾਰ ਦੇ ਵਿੱਚ ਕੌਣ ਹੈ, ਕਿਹੋ ਜਿਹੇ ਹਾਲਾਤ ਨੇ ਇਹਨਾਂ ਲੀਡਰੀਆਂ ਦੇ ਵਿੱਚ, ਇਹਨਾਂ ਕਿਸਾਨੀ ਸੰਘਰਸ਼ ਦੇ ਵਿੱਚ, ਕੀ ਕੁਝ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਪਾਇਆ, ਕੀ ਕੁਝ ਖੋਇਆ, ਉਸ ਦੇ ਬਾਰੇ ਅੱਜ ਗੱਲਬਾਤ ਕਰਾਂਗੇ। ਜੇ ਉਹਨਾਂ ਦੀ ਧਰਮ ਪਤਨੀ ਸਾਨੂੰ ਮਿਲੀ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਬੀਬੀ ਜੀ ਤੋਂ ਵੀ ਪੁੱਛਾਂਗੇ ਕਿ ਪ੍ਰਧਾਨ ਜੀ ਦਾ ਸੁਭਾਅ ਕਿਹੋ ਜਿਹਾ, ਘਰ ਦੇ ਨਾਲ ਕਿੱਦਾਂ ਵਿਚਰਦੇ ਨੇ, ਪਿੰਡ ਵਾਲਿਆਂ ਤੋਂ ਤੁਸੀਂ ਸੁਣ ਲਿਆ ਕਿੱਦਾਂ ਵਿਚਰਦੇ ਨੇ। ਸੋ ਉਹਨਾਂ ਦੇ ਘਰ ਲੈ ਕੇ ਚੱਲਦੇ ਆ ਤੁਹਾਨੂੰ ਤੇ ਦਿਖਾਉਂਦੇ ਆ ਤੁਹਾਨੂੰ ਕਿਹੋ ਜਿਹਾ ਮਾਹੌਲ ਹੈ। ਬਾਪੂ ਜੀ, ਮਾਨਸਾ ਸਾਹਿਬ ਦਾ ਘਰ ਕਿਹੜਾ ਜੀ? ਅਗਲਾ ਘਰ ਹੈ ਜੀ, ਅਗਲਾ ਘਰ ਹੈ ਜੀ, ਆ ਨਾਲ ਵਾਲਾ ਜੀ? ਨਾਲ ਵਾਲਾ। ਠੀਕ ਹੈ ਜੀ। ਦਰਵਾਜ਼ਾ ਬਹੁਤ ਖੂਬਸੂਰਤ ਹੈ ਘਰ ਦਾ। ਸੋ ਦੇਖਦੇ ਹਾਂ ਘਰ ਕਿੰਨਾ ਖੂਬਸੂਰਤ ਹੈ, ਕਿਉਂਕਿ ਜਿਹੜੇ ਵੀ ਆਗੂ ਹੁੰਦੇ ਨੇ ਅਕਸਰ ਗੱਲਾਂ ਬਾਤਾਂ ਹੁੰਦੀਆਂ ਨੇ ਕਿ ਆਗੂ ਝੁੰਗੇ ਝੋਪੜਿਆਂ 'ਚ ਰਹਿ ਰਹੇ ਨੇ। ਪਹਿਲਾਂ ਵੀ ਤੁਹਾਨੂੰ ਦਿਖਾਇਆ ਕਿ ਰੁਲਦੂ ਮਾਨਸਾ ਕਿੱਦਾਂ ਝੁੰਗੇ ਦੇ ਵਿੱਚ ਰਹਿ ਰਹੇ ਨੇ, ਤਾਂ ਅੱਜ ਘਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਘਰ ਦੇ ਮੈਂਬਰਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਾਂ, ਜ਼ਿੰਦਗੀ ਬਾਰੇ ਜਾਣਦੇ ਹਾਂ ਉਹਨਾਂ ਦੀ ਕਿ ਅਸਲ ਜ਼ਿੰਦਗੀ ਕੀ ਹੈ। ਸਤਿ ਸ਼੍ਰੀ ਅਕਾਲ ਬਾਈ ਜੀ, ਆਨੰਦਪੁਰ ਪ੍ਰਾਈਮ ਏਸ਼ੀਆ ਟੀਵੀ ਤੇ ਜੀ। ਮਾਨਸਾ ਸਾਹਿਬ ਘਰੇ ਹੈ ਹਾਂਜੀ ਹਾਂਜੀ ਜੀ? ਤੁਸੀਂ ਬਾਈ ਜੀ? ਮੈਂ ਜੀ ਉਹਨਾਂ ਦਾ ਛੋਟਾ ਪੋਤਾ ਜੀ। ਅੱਛਾ ਜੀ। ਹਾਂਜੀ। ਬਈ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਸੁਖਦੀਪ ਸਿੰਘ ਹੈ ਜੀ, ਸੁੱਖੀ ਕਹਿੰਦੇ ਆ ਜੀ ਮੈਨੂੰ। ਸੁਖੀ ਕਹਿੰਦੇ। ਅੱਛਾ ਬਾਪੂ ਜੀ ਤੁਹਾਡੇ ਬਾਰੇ ਜ਼ਿਕਰ ਕਰਦੇ ਹੁੰਦੇ ਆ, ਕੱਲ ਵੀ ਜ਼ਿਕਰ ਕੀਤਾ ਸੀ ਉਹਨਾਂ ਨੇ, ਰੈਲੀਆਂ ਦੇ ਵਿੱਚ ਵੀ ਜ਼ਿਕਰ ਕਰਦੇ ਹੁੰਦੇ ਆ ਕਿ ਪੋਤੇ ਨਾਲ ਉਹਨਾਂ ਦੀ ਬਣਦੀ ਨਹੀਂ ਸੀ, ਤੁਹਾਡੇ ਨਾਲ ਹੀ ਨਹੀਂ ਬਣਦੀ ਸੀ। ਹਾਂਜੀ ਹਾਂਜੀ, ਮੇਰੇ ਨਾਲ ਥੋੜਾ ਜਿਹਾ ਸਾਡਾ ਵਿਚਾਰਾਂ ਦਾ ਫਰਕ ਸੀਗਾ ਤੇ ਹੁਣ ਉਹ ਟਾਈਮ ਨਾਲ ਸੌਲਟ ਆਊਟ ਹੋ ਗਿਆ ਸਾਰਾ। ਅੱਛਾ, ਹੁਣ ਮਤਲਬ ਤੁਸੀਂ ਜਾਂ ਬਾਪੂ ਤੁਹਾਡੀ ਮੰਨ ਗਿਆ ਜਾਂ ਤੁਸੀਂ ਬਾਪੂ ਦੀ ਮੰਨ ਗਏ? ਅਸੀਂ ਮੰਨ ਗਏ ਜੀ ਬਾਪੂ ਦੀ। ਚੱਕੀ ਚੁੱਕੀ ਰੱਖੀ ਆ ਪੂਰੀ ਹੈ? ਹਾਂਜੀ ਹਾਂਜੀ, ਪੂਰਾ ਕਲਚਰ ਸਾਹਮਣੇ ਆ ਜੀ ਸਾਰਾ। ਅੱਛਾ ਜੀ, ਇੱਧਰ ਹੀ ਨੇ? ਹਾਂਜੀ ਹਾਂਜੀ। ਉਹ ਬੱਲੇ ਬੱਲੇ ਬੱਲੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਮਾਲ ਦੀ ਗੱਲ ਹੋ ਠੀਕ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਤੈਨੂੰ ਭਾਈ ਵਧਾਈ ਦਿੰਦਾ ਨੌਜਵਾਨਾਂ, ਕਿਵੇਂ ਖੈਰ ਹੈ? ਹਾਂ ਠੀਕ ਠੀਕ ਹੈ। ਮੈਂ ਕਿਹਾ ਅਸੀਂ ਝੁੰਗੀ 'ਚ ਵੀ ਛਾਪਾ ਮਾਰਿਆ ਸੀ, ਅੱਜ ਇੱਥੇ ਵੀ ਛਾਪਾ ਮਾਰ ਕੇ ਦੇਖੀਏ। ਮੇਰਾ ਘਰ ਕਿਹਨੇ ਦੱਸਤਾ ਤੁਹਾਨੂੰ ਵੀ ਇੱਥੇ ਹੈ ਪ੍ਰਧਾਨ ਦਾ ਘਰ? ਬਸ ਮਤਲਬ ਹੁਣ ਤੁਸੀਂ ਇੰਟਰਨੈਸ਼ਨਲੀ ਲੋਕ ਤੁਹਾਨੂੰ ਜਾਣਦੇ ਨੇ, ਲੋਕ ਤੁਹਾਨੂੰ ਫੋਲੋ ਕਰਦੇ ਨੇ, ਅਸੀਂ ਤੁਹਾਡਾ ਘਰ ਲੱਭਣਾ ਕਿੰਨਾ ਔਖਾ। ਮੈਨੂੰ ਤਾਂ ਐ ਲੱਗਦਾ ਸੀ ਮੈਂ ਖਾਸਾ ਬਾਹਰ ਜੇ ਬੈਠਾ, ਮੈਂ ਨਾ ਹੀ ਘਰ ਤੇ ਆਵੇ, ਮੇਰਾ ਕਿਆ ਕਾਰਨ ਕੀ ਹੈ? ਪ੍ਰਧਾਨ ਜੀ, ਮੈਂ ਤੁਹਾਡੇ ਪਰਿਵਾਰ ਨੂੰ ਮਿਲਣਾ, ਪਰਿਵਾਰ ਦੇ ਜੀਆਂ ਨੂੰ ਮਿਲਾਓ, ਆਪਣੇ ਨਾਲ ਦਿਆਂ ਨੂੰ ਮਿਲਾਓ, ਦੱਸੋ ਕਿ ਕੌਣ ਕਿੱਦਾਂ ਤੁਹਾਡੇ ਨਾਲ ਕਦੋਂ ਜੁੜਿਆ। ਇਹ ਤਾਂ ਨੌਜਵਾਨ ਬੈਠੇ ਨੇ ਮੇਰੇ ਆਪਦੇ ਮੱਲੇ ਕੇ ਕੋਠੇ ਵੱਜਦੇ ਨੇ। ਸਾਡੇ ਤਾਇਆ ਜੀ ਦੇ ਨਾਂ ਤੇ ਅਸੀਂ 2 ਪਰਿਵਾਰ ਹੀ ਆ ਇੱਥੇ, ਪਹਿਲਾਂ ਸਿੱਧੂ ਪਰਿਵਾਰ, ਔਲਖ ਪਰਿਵਾਰ। ਸਾਡਾ ਤਾਇਆ ਜੀ ਦਾ ਔਲਖ ਗੋਤ ਸੀਗਾ, ਪਰ ਅਸੀਂ ਸਕਿਆ ਨੌ ਜ਼ਿਆਦਾ ਸਾਡਾ ਆਪ 'ਚ ਤਾਲਮੇਲ ਹੈਗਾ। ਪਹਿਲਾਂ ਅਸੀਂ 24 ਘਰ ਤੇ ਇੱਥੇ, ਹੁਣ ਤਾਂ ਬੜਾ ਵੱਡਾ ਗਵਾੜ ਹੀ ਬਣ ਗਿਆ ਨਾ, ਹੁਣ ਤਾਂ ਸ਼ਹਿਰ ਹੀ ਬਣ ਗਿਆ। ਜਦੋਂ ਅਸੀਂ ਆਗ ਵਸਿਆ 24 ਘਰਾਂ 'ਚੋਂ ਮਤਲਬ 2 ਲਾਣੇ 3 ਲਾਣੇ ਅਸੀਂ ਇੱਥੇ ਰਹਿੰਦੇ ਸੀਗੇ। ਇਹ ਸਾਰੇ ਬੈਠੇ ਨੇ ਰਾਤੀ, ਇਹ ਐਡਵੋਕੇਟ ਨੇ, ਇਹ ਮਤਲਬ ਮੇਰੇ ਨਾਲ ਹੀ ਰਹਿੰਦੇ, ਤੁਸੀਂ ਦੇਖੀ ਹੈ ਬਣਾ ਛੋਟੀ ਸਾਹਿਬ ਮੇਰੇ ਨਾਲ ਰਹਿੰਦੇ ਨੇਗੇ। ਇੱਧਰ ਇਹ ਸਾਡਾ ਛੋਟਾ ਭਾਈ ਬੈਠਾ ਹੈ, ਇਹ ਮੇਰੇ ਭਾਈ ਤੁਸੀਂ ਜਾਣਦੇ ਹੋਗੇ, 24 ਘੰਟੇ ਮੇਰੇ ਨਾਲ ਰਹਿੰਦਾ ਹੈ। ਉਹ ਪਰਲੇ ਪਾਸੇ ਮੇਰਾ ਭਤੀਜਾ ਬੈਠਾ, ਖੇਤੋਂ ਆਇਆ ਹੁਣੀ ਸਬਜ਼ੀ ਦਾ ਕੰਮ ਕਰਕੇ। ਇਹ ਤਰੀਕੇ ਨਾਲ ਅਸੀਂ ਮਤਲਬ ਪਹਿਲਾਂ ਕੰਮ ਕਰਦੇ ਰਹਾਂਗੇ। ਇਹ ਸਾਡੇ ਤਾਂ ਮਤਲਬ ਜੀ ਕਹੇ ਉਹਨਾਂ ਪਰਿਵਾਰ ਦੇ ਵਿੱਚੋਂ, ਔਲਖਾਂ ਦੇ ਵਿੱਚੋਂ। ਇਸ ਕਰਕੇ ਜਿਹੜਾ ਸਾਡੇ ਇੱਥੇ ਰਹਿਣ ਸਹਿਣ ਹੈ, ਮੇਰਾ ਖਿਆਲ ਜੇ ਤੁਹਾਨੂੰ ਉੱਤੇ ਫੱਟਾ ਦੇਖਿਆ ਵੀ ਤੁਸੀਂ ਮਗਰ ਫੱਟੇ ਤੋਂ ਹੀ ਆਏ ਆ ਅਸੀਂ। ਬੜੇ ਲੋਕ ਇੱਜ਼ਤ ਕਰਦੇ ਨੇ ਤੁਹਾਡੀ, ਹਰ ਇੱਕ ਨੇ ਤੁਹਾਡੇ ਘਰ ਤੱਕ ਦਾ ਰਸਤਾ ਦੱਸਿਆ ਸਾਨੂੰ। ਨਹੀਂ, ਆਪ ਨੂੰ ਇੱਕ ਗੱਲ ਹੈ, ਸਾਡਾ ਜ਼ਿੰਦਗੀ ਨਾ ਤਾਂ ਸ਼ਹਿਰੀ ਹੈ ਨਾ ਪੇਂਡੂ ਹੈ। ਸ਼ਹਿਰੀ ਤਾਂ ਆਏ ਆ ਵੀ ਇੱਥੋਂ ਸ਼ਹਿਰ ਆ ਜਾ ਕੇ ਕੁਛ ਸਮਾਨ ਲਿਓ, ਜਰਕਦੇ ਨੇ ਸ਼ਹਿਰ ਦੇ ਵਿੱਚ ਆਏ ਹੋਏ। ਸਹੂਲਤਾਂ ਸਾਨੂੰ ਸ਼ਹਿਰਾਂ ਵਾਲੀਆਂ ਹੈਗੀਆਂ ਨੇਗੀਆਂ। ਪਿੰਡ ਆਏ ਆ ਜਿਵੇਂ ਸਾਡੀ ਪੰਚਾਇਤ, ਪਿੰਡਾਂ 'ਚ ਵਧੀਆ ਫੱਟਿਆਂ ਦੇ ਲੋਕ ਬਹਿੰਦੇ ਨੇ। ਸਾਡੇ ਫੱਟੇ ਤੁਹਾਨੂੰ ਹੋਰ ਫੱਟਾ ਨਹੀਂ ਮਿਲੂ ਸ਼ਹਿਰ 'ਚ, ਕਿਤੇ ਬਹੁਤ ਘੱਟ ਮਿਲੂਗਾ, ਪਰ ਸਾਡੇ ਕੋਠਿਆਂ ਦੇ ਵਿੱਚ ਮਤਲਬ ਫੱਟਾ ਰੱਖਿਆ ਹੋਇਆ। ਪਰ ਪਿੰਡ ਦੀ ਸੱਥ ਹੈ। ਸੱਤ, ਹਾਂ ਪਿੰਡ ਦੀ ਸੱਤ। ਹੱਥ ਨੇ ਗੱਲਾਂ ਕਰਨੀਆਂ, ਬੈਠਣੀਆਂ, ਸਾਰਾ ਕੁਝ। ਜਿਹੜਾ ਕੋਈ ਬਜ਼ੁਰਗ ਵਿਹਲਾ ਹੈ ਉੱਥੇ ਜਾ ਕੇ ਦਿਨੇ ਬਹਿ ਜਾਓ, 2 ਘੰਟੇ ਲਾਓ, ਜੀ ਲੱਗਿਆ ਰਹਿੰਦਾ। ਉਦੋਂ ਇਹੀ ਤਰੀਕੇ ਨਾਲ ਸਾਡਾ ਕੰਮ ਕਾਰੋਬਾਰ ਚੱਲਦਾ ਹੈਗਾ। ਮਾਨ ਸਾਹਿਬ, ਘਰ ਦੇ ਜਿਹੜੇ ਪਰਿਵਾਰਕ ਜੀ ਨੇ, ਮੈਂ ਉਹਨਾਂ ਨੂੰ ਵੀ ਮਿਲਣਾ ਚਾਹੂੰਗਾ। ਤੂੰ ਤਾਂ ਆਈ ਜਾ, ਹਾਜ਼ਰੀ ਲਵਾ ਜਾ ਵੀ।
ਨਾ ਉਹਨਾਂ ਨੇ ਤਾਂ ਲਾਲ ਹੀ ਨਾ ਪਾ ਹਾਜ਼ਰੀ ਸੁੱਖੀ ਨਾਲ ਤਾਂ ਮੈਂ ਮੇਲੇ ਮੈਂ ਕਿਹਾ ਵਿਚਾਰਾਂ ਦਾ ਜਿਹੜਾ ਪਹਿਲਾਂ ਫਸਦੇ ਸੀ ਸਿੰਘ ਫਸਦੇ ਸੀ ਕਹਿੰਦੇ ਹੁਣ ਤਾਂ ਵਿਚਾਰ ਮਿਲ ਗਏ। ਮੈਨੂੰ ਲੱਗਦਾ ਜਾਂ ਪ੍ਰਧਾਨ ਜੀ ਦੇ ਮਿਲ ਗਏ ਜਾਂ ਪ੍ਰਧਾਨ ਜੀ ਦੇ ਉਹਨਾਂ ਨਾਲ ਮਿਲ ਗਏ। ਉਹਦੇ ਮੇਰੇ ਨਾਲ ਮਿਲ ਗਏ। ਹਾਂ ਮੇਰੇ ਤਾਂ ਨਹੀਂ ਉਹਦੇ ਨਾਲ ਮਿਲ ਸਕਦੇ ਸੀ ਉਸ ਆ ਜਾ ਗੁਰਜੰਟ ਪ੍ਰੈਸ ਵਾਲਿਆਂ ਨੇ ਮੰਤਰ ਆ ਜਾ ਉਹ ਮਹਾਰਾਜ ਬੀਬੀ ਨੂੰ ਮਾਰਨਾ ਸਾਨੂੰ ਕਹਿੰਦੇ ਕਮਾਲ ਗੁਰਜੰਟ ਜੀ ਵੱਡੇ ਮੁੰਡੇ ਵੱਡਾ ਬੇਟਾ ਇਹ ਵੱਡਾ ਬੇਟਾ ਉਹ ਛੋਟਾ ਪੋਤਾ ਤੁਸੀਂ ਦੇਖ ਲਿਆ ਹੈ ਮਤਲਬ। ਗੁਰਜੰਟ ਜੀ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਪ੍ਰਧਾਨ ਜੀ ਦਿੱਲੀ ਦੇ ਵਿੱਚ ਤਾਂ ਬੜਾ ਗੱਜਦੇ ਨੇ ਤੇ ਹਰ ਵਾਰੀ ਤਕਰੀਰਾਂ ਕਰਦੇ ਨੇ ਜਦੋਂ ਬੜੇ ਗੁੱਸੇ ਦੇ ਵਿੱਚ ਹੁੰਦੇ ਨੇ, ਤੁਹਾਡੇ ਨਾਲ ਸੁਭਾਅ ਕਿਹੋ ਜਿਹਾ ਪ੍ਰਧਾਨ ਜੀ ਦਾ? ਵੇਖੋ ਜਿਹੜੀ ਦਿੱਲੀ ਦੇ ਵਿੱਚ ਮਤਲਬ ਗੱਜਣ ਵਾਲੀ ਮਾਮਲਾ ਹੈ, ਦਿੱਲੀ ਦੇ ਵਿੱਚ ਇੱਕ ਹੈਗੀ ਹੈ ਜੰਗ, ਉਹ ਹੈਗੀ ਇੱਕ ਲੜਾਈ ਕਾਰਪੋਰੇਟ ਘਰਾਣਿਆਂ ਦੇ ਨਾਲ, ਇੱਕ ਕਿਰਤੀ ਲੋਕਾਂ ਦੀ ਜੰਗ ਹੈ। ਜਦੋਂ ਅਸੀਂ ਲੜਨ ਜਾਂਦੇ ਹਾਂ, ਲੜਨ ਸਮੇਂ ਸਾਡਾ ਨਾਰਮਲ ਸੁਭਾਅ ਨਹੀਂ ਹੋ ਸਕਦਾ ਕਿਉਂਕਿ ਇਹ ਇੱਕ ਮਤਲਬ ਕੁਦਰਤੀ ਹੈ, ਪਰ ਇਹ ਸੁਭਾਅ ਘਰ ਦੇ ਵਿੱਚ ਨਹੀਂ ਚੱਲਦਾ ਕਿਉਂਕਿ ਘਰ ਦੇ ਵਿੱਚ ਕੋਈ ਜੰਗ ਨਹੀਂ, ਘਰ ਦੇ ਵਿੱਚ ਪਰਿਵਾਰ ਹੈ। ਤਾਂ ਇਸ ਲਈ ਜਿਹੜਾ ਸਾਡਾ ਪੂਰਾ ਲਾਣਾ ਹੈ, ਜਿਹੜਾ ਸਾਡਾ ਪੂਰਾ ਪਰਿਵਾਰ ਹੈ, ਜਿਹੜਾ ਸਾਡਾ ਪਿਛੋਕੜ ਹੈ, ਜਿਹੜਾ ਖੂਨ ਕਹਿ ਦਿੰਦੇ ਅਸੀਂ, ਸਾਡੇ ਖੂਨ ਦੇ ਵਿੱਚ ਸਾਰਿਆਂ ਦੇ ਵਿੱਚ ਮਤਲਬ ਕਿ ਜੋਸ਼ੀਲਾਪਣ, ਹਿੰਮਤ ਇਹ ਸਾਰਿਆਂ 'ਚ ਹੈਗੀ ਹੈ, ਇਹ ਜੋ ਸਾਡੇ 'ਚ ਹੈ। ਜੀ ਪ੍ਰਧਾਨ ਜੀ ਮੈਂ ਕਹਿੰਦਾ ਬਾਕੀ ਦੇ ਮੈਂਬਰਾਂ ਨੂੰ ਵੀ ਇੱਕ ਵਾਰੀ ਜ਼ਰੂਰ ਤਾਰੂਫ ਕਰਾ ਦੇ। ਹਾਂ ਉਹ ਮੇਰਾ ਵੱਡਾ ਪੁੱਤ ਹੈ ਜੀ, ਗੁਰਜੰਟ ਦਾ ਬੇਟਾ ਹੈਗਾ, ਸਮਝ ਗਏ। ਇਹ ਛੋਟਾ ਬੇਟਾ ਹੈਗਾ, ਆ ਛੋਟੀ ਤਾਈ ਬੈਠੀ ਹੈ ਵਿਚਾਲੇ, ਉਹ ਵੱਡੀ ਨੂੰਹ ਬੈਠੀ ਹੈਗੀ, ਸਮਝ ਲੈ ਗੱਲ। ਇਹ ਮੇਰਾ ਪਰਿਵਾਰ ਹੈਗਾ। ਛੋਟੀ ਨੂੰਹ ਹਜੇ ਉੱਤਲੀ ਕੋਠੀ 'ਚ ਮੇਰਾ ਖਿਆਲ ਅੱਜ ਕੋਈ ਵਿਆਹ ਦੀ ਤਿਆਰੀ ਹੈ ਇਹਨਾਂ ਦੀ। ਸਾਡੇ ਆਪਦਾ ਇੱਕ ਕਹਿੰਦੀ ਜਮਾ ਨੇੜਲੇ ਬੰਦੇ ਨੇ, ਉਹਨਾਂ ਦੇ ਦੋਤੇ ਦਾ ਵਿਆਹ ਹੈਗਾ, ਸਾਰੇ ਪਰਿਵਾਰ ਨੂੰ ਉੱਥੇ ਜਾਣਾ, ਇਸ ਕਰਕੇ ਮਤਲਬ। ਪ੍ਰਧਾਨ ਜੀ ਤੁਹਾਡੀ ਪ੍ਰਧਾਨ ਮੰਤਰੀ ਕੋਲੇ ਜਾਣਾ ਚਾਹਾਂਗੇ ਕਿਉਂਕਿ ਕਹਿੰਦੇ ਨੇ ਨਾ ਹਰ ਕਾਮਯਾਬ ਬੰਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ, ਤੇ ਮੈਨੂੰ ਲੱਗਦਾ ਵੀ ਤੁਸੀਂ ਸਾਰੇ ਦੁਨੀਆ ਨੂੰ ਤਾਂ ਡਰਾਓਗੇ, ਪਰ ਜਿੱਤੋਂ ਤੁਸੀਂ ਡਰਦੇ ਹੋ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਂ ਇੱਕ ਇਕੱਲਾ ਨਹੀਂ ਡਰਦਾ, ਬੰਦਾ ਵੀ ਬਾਹਰ ਫੈਂਕਣਾ ਮਰਦਾ, ਡਰਦੇ ਸਾਰੇ ਹੁੰਦੇ ਨੇਗੇ ਬਾਹਰ, ਚਾਹੇ ਕੋਈ ਕੁਛ ਕਹੀ ਜਾਵੇ, ਘਰੇ ਤਾਂ ਡਰ ਲੱਗਦਾ ਹੀ ਹੁੰਦਾ ਡਰ। ਮਤਲਬ ਮੈਂ ਤਾਂ ਲੇਡੀ ਨੂੰ ਸੱਚੀ ਲੈ ਘਰ ਦੀ ਮੈਂ ਉਹਨੂੰ ਸੈਂਟਰ ਸਰਕਾਰ ਗਿਣਦਾ, ਕੋਈ ਵੀ ਹੈ ਉਹਨੇ ਘਰ ਚਲਾਉਣਾ, ਘਰ ਦੀ ਰਾਖੀ ਰੱਖਣੀ ਹੈ। ਬੰਦਾ ਤਾਂ ਵਗ ਗਿਆ, ਉਹਨੇ ਹੱਥ ਨਹੀਂ ਘਰੇ ਆਉਣਾ, ਚਾਹੇ ਖੇਤ ਵਗ ਗਿਆ, ਸਾਰਾ ਬੱਚਿਆਂ ਦੀ ਦੇਖਭਾਲ ਤਾਂ ਲੇਡੀ ਜੀ ਨੇ ਕਰਨੀ ਹੈ ਨਾ, ਇਸ ਕਰਕੇ ਲੇਡੀ ਦਾ ਸਤਿਕਾਰ ਹੋਣਾ ਚਾਹੀਦਾ। ਮੈਂ ਇਹੀ ਗੱਲ ਕਹਿਣਾ ਚਾਹੁੰਦਾ। ਸੋ ਬਿਲਕੁਲ ਬੀਬੀ ਜੀ ਨਾਲ ਗੱਲਬਾਤ ਕਰਦੇ ਹਾਂ। ਬੀਬੀ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਕਿਵੇਂ ਦਾ ਸੁਭਾਅ ਹੈ ਪ੍ਰਧਾਨ ਜੀ ਦਾ? ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇੱਕ ਕਾਮਯਾਬ ਬੰਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ, ਤੇ ਕੀ ਲੱਗਦਾ ਕੀ ਹੈ ਕਿ ਪ੍ਰਧਾਨ ਜੀ ਦਾ ਸੁਭਾਅ ਤਾਂ ਕਹਿੰਦੇ ਥੋੜਾ ਜਿਹਾ ਗਰਮ ਸੀਗਾ, ਫਿਰ ਕਿੱਦਾਂ ਜ਼ਿੰਦਗੀ ਇਹਨਾਂ ਨਾਲ ਬਿਤਾਈ? ਇਹਨਾਂ ਨਾਲ ਜ਼ਿੰਦਗੀ ਪਹਿਲਾਂ ਤਾਂ ਜਿਵੇਂ ਬੀਤਦੀ ਉਵੇਂ ਬੀਤੀ, ਫਿਰ ਇਹ ਪਾਰਟੀ ਚ ਪਾਤੀ। ਮੈਂ ਘਰੇ ਤਾਂ ਲੜਦਾ ਸਾਡੇ ਨਾਲ, ਉੱਥੇ ਤਾਂ ਲੜਦਾ ਕਰ ਬਾਹਰ। ਹੁਣ ਬਾਹਰ ਲਾਇਆ ਹੁੰਦਾ ਗੁੱਸਾ ਸਾਡੇ ਵਾਲਾ, ਬਾਹਰ ਫਿਰ ਕੇ ਇਹਨੂੰ ਪਤਾ ਲੱਗਿਆ ਵੀ ਜਨਾਨੀਆਂ ਦੀ ਕੀ ਕਦਰ ਹੁੰਦੀ ਹੈ। ਪਹਿਲਾਂ ਤਾਂ ਕੋਈ ਕੁਛ ਕਹੀ ਜਾਵੇ ਵੀ ਮੈਂ ਜਨਾਨੀਆਂ ਨੂੰ ਐ ਰੱਖਦੇ, ਕੋਈ ਨਹੀਂ ਰੱਖਦਾ ਸੀ। ਉਹ ਤਾਂ ਕਦੇ ਦਾਜ ਪਿੱਛੇ ਕਲੇਸ਼, ਤੈਨੂੰ ਕੀ ਫਲਾਣਾ ਦਿੱਤਾ, ਤੈਨੂੰ ਕੀ ਐਂ ਕਰਿਆ। ਹੁਣ ਸਮਝ ਆ ਗਈ, ਹੁਣ ਲੋਕਾਂ ਨੂੰ ਬਹੁਤ ਸਮਝ ਆ ਗਈ, ਸਭ ਨੂੰ ਹੀ ਆ ਗਈ, ਇੱਕ ਇਹਨਾਂ ਨੂੰ। ਮੈਨੂੰ ਇੱਕ ਗੱਲ ਦੱਸ ਰਹੇ ਸੀ ਪ੍ਰਧਾਨ ਜੀ ਕਿ ਜਦੋਂ ਮੈਂ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਤੇ ਤੁਸੀਂ ਬੜੇ ਗੁੱਸੇ ਹੋਏ ਸੀਗੇ, ਤੇ ਗੁੱਸੇ ਹੋ ਕੇ ਪ੍ਰਧਾਨ ਜੀ ਨਾਲ ਬੋਲੇ ਵੀ ਨਹੀਂ, ਉਹ ਕਹਾਣੀ ਦੱਸੋ ਕੀ ਸੀ? ਬਸ ਉਹ ਕਹਾਣੀ ਐਂ ਤੀ ਵੀ ਬੱਚੇ ਨਿਆਣੇ ਨੇ, ਬਾਬਾ ਜੀ ਸਮਝ ਸੁਧਾਰੂ ਜੇ ਤੀ ਵੀ ਤੁਹਾਡਾ ਘਰ ਕੌਣ ਸਾਂਭੂਗਾ। ਇਸ ਤਰ੍ਹਾਂ ਗੁੱਸੇ ਤੀ ਵੀ ਤੂੰ ਤਾਂ ਵਗ ਜਾਓਗੇ ਛੱਡ ਕੇ। ਫਿਰ ਸਾਨੂੰ ਥੋੜਾ ਜਿਹਾ ਮਹਿਸੂਸ ਹੈ ਵੀ ਉਹਨਾਂ ਨਾਲ ਪਹਿਲਾਂ ਹੀ ਲੜਦੇ ਆਪਦੇ ਚਾਚੇ ਤਾਇਆ ਨਾਲ, ਸਾਨੂੰ ਐਂ ਤੀ ਪਾਰਟੀ 'ਚ ਵੜ ਕੇ ਕਿਤੇ ਹੋਰ ਕੋਈ ਪੰਗਾ ਕਰ ਦੇਣਾ। ਉਸ ਪਿੱਛੇ ਗੁੱਸੇ ਦੀ ਫਿਰ ਜਦੋਂ ਜਾਣ ਲੱਗੇ ਫਿਰ ਤਾਂ ਆਪੀ ਮਗਰ ਜਾਣ ਲੱਗੇ ਸੀ। ਹੁਣ ਤਾਂ ਬਹੁਤ ਹੁਣ ਤਾਂ ਬੇਬੇ ਜੀ ਬਹੁਤ ਚੜਾਈ ਹੋ ਗਈ, ਹੁਣ ਤਾਂ ਦੇਸ਼ ਵਿਦੇਸ਼ਾਂ ਤੱਕ ਲੋਕ ਜਾਣਦੇ ਨੇ ਪ੍ਰਧਾਨ ਜੀ ਨੂੰ। ਮਤਲਬ ਅੱਜ ਕੱਲ ਤਾਂ ਤੁਹਾਨੂੰ ਆ ਕੇ ਵੀ ਦੱਸਦੇ ਹੋਣੇ ਕਿ ਪ੍ਰਧਾਨ ਜੀ ਨੇ ਫਲਾਣੀ ਜਗ੍ਹਾ ਸਪੀਚ ਦੇ ਰਹੀ ਸੀ, ਫਲਾਣੀ ਜਗ੍ਹਾ ਭਾਸ਼ਣ ਦੇ ਰਹੀ ਸੀ, ਰਿਸ਼ਤੇਦਾਰੀ 'ਚ ਵੀ ਤੁਹਾਨੂੰ ਫੋਨ ਆਉਂਦੇ ਹੋਣਗੇ। ਅੱਜ ਕਿਹੋ ਜਿਹਾ ਮਹਿਸੂਸ ਕਰਦੇ ਹੋ ਜਦੋਂ ਸ਼ੁਰੂਆਤ ਕੀਤੀ ਸੀ ਤੇ ਅੱਜ ਦੀ ਦਿਨ ਨੂੰ ਜਦੋਂ ਦੇਖਦੇ ਹੋ ਤਾਂ ਕਿੱਦਾਂ ਦਾ ਲੱਗਦਾ? ਹੁਣ ਬਹੁਤ ਖੁਸ਼ੀ ਨਾਲ ਦੇਖਦੇ ਹਾਂ, ਬਹੁਤ ਖੁਸ਼ੀ ਹੈ ਵੀ ਸਾਡੇ ਪਰਿਵਾਰ ਦੀ ਵੀ, ਚਲੋ ਆਪਣੇ ਦੇਸ਼ ਦੀ ਵੀ, ਸਭ ਦੀ ਚੜ੍ਹਾਈ ਹੈ ਹੁਣ। ਇੱਕ ਬੀਬੀ ਜੀ ਹੋਰ ਗੱਲ ਕਹਿੰਦੇ ਹੁੰਦੇ ਕਿ ਲੀਡਰਾਂ ਦੇ ਪਿੱਛੇ ਲੱਗ ਕੇ ਨਾ ਜ਼ਮੀਨ ਜਾਇਦਾਦਾਂ ਵਿਕ ਜਾਂਦੀਆਂ ਨੇ, ਕਿੰਨਾ ਕੁ ਸਹੀ ਹੈ ਇਹ ਗੱਲ? ਤੁਸੀਂ ਕਿੰਨੀ ਕੁ ਮੰਨਦੇ ਹੋ ਵੀ, ਕਿਉਂਕਿ ਕਹਿੰਦੇ ਨੇ ਵੀ ਲੀਡਰੀ ਤਾਂ ਘਾਟੇ ਦਾ ਸੌਦਾ, ਤੁਹਾਨੂੰ ਕਿੰਨੇ ਕੁ ਘਾਟਾ ਪਿਆ ਇਸ ਲੀਡਰੀ 'ਚ? ਘਾਟਾ ਤਾਂ ਪੈਣੀ ਹੈ ਜੀ, ਆਰਥਿਕ ਪੱਖੋਂ ਬੰਦਾ ਕਮਜ਼ੋਰ ਹੋ ਜਾਂਦਾ। ਹੁਣ ਲੀਡਰਾਂ ਨੂੰ ਕਿਹੜਾ ਕੋਈ ਬਾਹਰੋਂ ਪੈਸਾ ਡਿੱਗਦਾ ਵੀ ਉਹਦੇ ਤੇ ਅਗਲਾ ਘਰ ਚਲਾ ਲੂ। ਉਹੀ ਕੰਮਕਾਰ ਕਰਨ ਵਾਲੇ ਨੇ ਉਹੀ ਬਾਹਰ ਵਗ ਜਾਂਦੇ ਨੇ। ਫਿਰ ਤੁਹਾਨੂੰ ਪਤਾ ਹੀ ਵੀ ਘਰ ਕਿਸ ਤਰ੍ਹਾਂ ਚੱਲਦੇ ਹੁੰਦੇ ਨੇ, ਕਮਾਈ ਤੋਂ ਬਿਨਾਂ ਤਾਂ ਘਰ ਨਹੀਂ ਚੱਲ ਸਕਦੇ। ਹੋਰ ਪਹਿਲਾਂ ਮੇਰੇ ਵੱਡੇ ਬੇਟੇ ਨੇ ਦੇਖ ਦੱਸਿਆ ਤੁਹਾਨੂੰ ਵੀ ਜਦੋਂ ਆਰਥਿਕ ਪੱਖੋਂ ਅਸੀਂ ਕਮਜ਼ੋਰ ਹੋ ਗਏ ਫਿਰ ਖੇਤੀ ਕਰਨ ਲੱਗੇ ਆ। ਮੈਂ ਨਹੀਂ ਖੇਤੀ ਦੇ ਹੱਕ 'ਚ ਤੀ, ਮੈਂ ਕਹਿੰਦੀ ਸੀ ਵੀ ਪੜ੍ਹਾਵਾਂ ਇਹਨੂੰ, ਮੈਂ ਅਫਸਰ ਬਣਾਵਾਂ ਇਹ, ਪਰ ਮੇਰੀ ਗੱਲ ਨਹੀਂ ਇਹਨੇ ਸੁਣੀ। ਨਹੀਂ ਬੀਬੀ ਆਪਾਂ ਔਖੇ ਹੋ ਜਾਵਾਂਗੇ। ਤੇ ਇਸ ਤਰ੍ਹਾਂ ਕਰਕੇ ਹੁਣ
ਇੱਕ ਬੀਬੀ ਜੀ ਹੋਰ ਦੱਸੋ ਕਿ ਪ੍ਰਧਾਨ ਜੀ ਦੱਸਦੇ ਹੁੰਦੇ ਆ ਕਿ ਕਈ ਕੇਸ ਵੀ ਪਏ ਹੋਏ ਨੇ, ਕਈ ਵਾਰੀ ਜੇਲ੍ਹ ਵੀ ਜਾ ਕੇ ਆਏ ਨੇ, ਤਾਂ ਕਿੱਦਾਂ ਹੁੰਦਾ ਸੀ ਘਰ ਦੇ ਵਿੱਚ, ਕਿਉਂਕਿ ਬੱਚੇ ਛੋਟੇ ਸੀ, ਔਖਿਆਈ ਬਹੁਤ ਆਈ ਹੋਏਗੀ, ਕਿਉਂਕਿ ਉਹ ਦਿਨ ਤਾਂ ਤੁਸੀਂ ਦੇਖੇ ਨੇ ਆਪਣੇ, ਮੈਂ ਕਹਿੰਦਾ ਪਿੰਡੇ ਤੇ ਹੰਡਾਏ ਵੀ ਨੇ। ਉਹ ਦਿਨਾਂ ਬਾਰੇ ਦੱਸੋ ਕਿ ਉਹ ਜਜ਼ਬਾਤ ਕਿਹੋ ਜਿਹੇ ਹੁੰਦੇ ਨੇ ਉਸ ਵੇਲੇ, ਕਿਉਂਕਿ ਕਹਿਣਾ ਸੌਖਾ ਹੁੰਦਾ, ਅੱਜ ਆਪਾਂ ਕਹਿ ਦਿੰਦੇ ਆ ਵੀ ਫਲਾਣਾ ਪ੍ਰਧਾਨ ਹੈ ਜਾਂ ਫਲਾਣਾ ਲੀਡਰ ਹੈ, ਇੱਕ ਲੀਡਰੀ ਦੇ ਪਿੱਛੇ ਜਿਹੜਾ ਅਸਲ ਸੱਚ ਹੈ ਉਹ ਦੱਸੋ ਤੁਹਾਨੂੰ। ਉਹ ਬਹੁਤ ਔਖਾ ਕੱਟਣਾ ਪੈਂਦਾ ਕਿਉਂ ਕਈ ਨੌਜਵਾਨ ਹੁੰਦਾ, ਉਦੋਂ ਨੌਜਵਾਨ ਤੀ ਮੈਂ ਵੀ, ਲੋਕਾਂ ਦੀਆਂ ਤੂਮਤਾਂ ਵੀ ਹੋ ਜਾਂਦੀਆਂ ਨੇ ਜਦੋਂ ਘਰੇ ਬੰਦਾ ਨਹੀਂ ਹੁੰਦਾ। ਖੇਤੀ ਕਰਾਉਣੀ ਵੀ ਔਖੀ ਸੀ, ਛਡਾਈ ਫਿਰ ਇਸ ਗੱਲ ਦੀ ਮਾਰੀ ਨਹੀਂ ਮੈਂ, ਤੇ ਆਪਦੇ ਬੱਚੇ ਵੀ ਪਾਲੇ, ਕਦੇ ਵਿਚਾਰੇ ਕੋਈ ਸੌਦਾ ਲਿਆਉਂਦਾ, ਕਦੇ ਕੁਛ ਕਹਿੰਦਾ। ਮੇਰੇ ਭਾਈ ਦਾ ਸਮਝੇ ਇਹਨਾਂ ਵਰਗੇ ਰਟਣ ਤੀ ਵੀ ਤੈਂ ਬਾਹਰ ਨਹੀਂ ਜਾਣਾ, ਸ਼ਹਿਰ ਨਹੀਂ ਜਾਣਾ ਤੈਂ ਚੀਜ਼ ਲੈ। ਮੈਂ ਕਿਹਾ ਭਾਈ ਮੈਂ ਜਮੇ ਨਹੀਂ ਜਾਂਦੀ, ਤੂੰ ਮੇਰੇ ਸਮਾਨ ਸਿੱਟ ਜਿਆ ਕਰ, ਮੈਨੂੰ ਕੀ ਲੋੜ ਹੈ ਜਾਣ ਦੀ। ਹੁਣ ਤਾਂ ਮੈਨੂੰ ਜਾਣਾ ਪਊ, ਜਦੋਂ ਮੇਰੇ ਕੋਈ ਮੂਹਰੇ ਲੱਗਣ ਵਾਲਾ ਹੈ ਨਹੀਂ, ਫਿਰ ਮੈਂ ਹੀ ਪਾੜਨੇ ਨੇ ਆਪਦੇ ਬੱਚੇ। ਤੇ ਇਸ ਤਰ੍ਹਾਂ ਕੱਟ ਕੇ ਫਿਰ ਅਸੀਂ ਕੋਈ ਐ ਠਿਆਈ ਨਹੀਂ ਮੰਨੀ ਤੀ ਵੀ ਇਹ ਜੇਲ੍ਹ 'ਚ ਨਹੀਂ। ਕਿੰਨੇ ਸਾਲ ਹੋ ਗਏ ਪ੍ਰਧਾਨਗੀ ਨੂੰ ਲੀਡਰੀ ਦੇ ਵਿੱਚ ਜੀ? 40 ਸਾਲ ਹੋਏ ਜੀ, ਤਾਂ 40 ਸਾਲ ਹੋ ਗਏ। ਉਹ 6-7 ਸਾਲ ਦਾ ਤੀ ਵੱਡਾ ਬੇਟਾ, ਇਹ 3-4 ਸਾਲ ਦਾ ਤੀ। ਮੈਂ ਇਹਨਾਂ ਨੂੰ ਪੁੱਛਣਾ ਚਾਹਨਾ, ਛੋਟੇ ਬੇਟੇ ਨੇ, ਕੀ ਲੱਗਦਾ ਕਿ ਲੀਡਰੀਆਂ 'ਚੋਂ ਕੀ ਮਿਲਦਾ ਹੈਗਾ? ਤੁਸੀਂ ਮੈਨੂੰ ਲੱਗਦਾ ਤੁਸੀਂ ਕਹਿੰਦੇ ਕਾਰੋਬਾਰੀ ਬੰਦੇ ਹੋ, ਭੱਠਾ ਹੈਗਾ ਤੁਹਾਡਾ, ਇੱਟਾਂ ਦਾ ਵਪਾਰ ਹੈ, ਕੀ ਮਿਲਦਾ ਕੀ ਹੈ ਇਸ ਕੰਮ ਦੇ? ਨਹੀਂ, ਲੀਡਰੀ ਚੋਂ ਬਹੁਤ ਕੁਝ ਮਿਲਦਾ ਹੈ। ਲੀਡਰ ਚੋਂ ਅੱਜ ਸਾਡੇ ਬਾਪੂ ਨਾਲ ਕਿਵੇਂ ਕਹਿੰਦੇ ਵੀ ਹਜ਼ਾਰ ਮੁੰਡਾ ਫੋਟੋਆਂ ਖਿਚਾਉਂਦਾ ਹੈ। ਕਿਸਾਨ ਕੋਲ ਅੱਜ ਬਹੁਤ ਸਿਖਰਾਂ ਤੇ ਚੜਿਆ ਹੋਇਆ ਹੈ। ਕਿਹੜੇ ਕਾਲੇ 3 ਕਾਨੂੰਨ ਨੇ ਉਹ ਗਲਤ ਆਏ ਨੇ। ਹੁਣ ਵਿੱਚ ਮੋਦੀ ਦੇ ਭਗਤ ਨੇ ਅੱਜ ਇੱਕ ਕਹੀ ਜਾਂਦੇ 500 ਰੁਪਏ ਲੀਟਰ ਪੈਟਰੋਲ ਹੋ ਗਿਆ, ਮੈਂ ਫਿਰ ਵੀ ਪਵਾ ਲੂੰਗਾ। ਤੂੰ ਤਾਂ ਪਵਾ ਲੇਗਾ, ਆਮ ਬੰਦਾ ਕਿੱਥੋਂ ਪਵਾਊਗਾ? ਕਿਹੜੇ ਨੇ 300 ਰੁਪਏ ਦੀ ਦਿਹਾੜੀ ਕਰਨੀ ਹੈ, ਉਹ ਕਿੱਥੋਂ ਪਵਾਊਗਾ? ਜਦੋਂ ਸ਼ੁਰੂ 'ਚ ਦੇਖਦੇ ਸੀ ਆਪਣੇ ਬਾਪੂ ਜੀ ਨੂੰ, ਤੇ ਉਦੋਂ ਇੰਨਾ ਮਾਣ ਹੁੰਦਾ ਸੀ, ਉਦੋਂ ਤਾਂ ਲੱਗਦਾ ਸੀ, ਕਿਉਂਕਿ ਅੱਜ ਕੱਲ੍ਹ ਤਾਂ ਚਲੋ ਸੋਸ਼ਲ ਮੀਡੀਆ ਇੱਕ ਹੁਲਾਰਾ ਮਿਲ ਜਾਂਦਾ, ਲੋਕ ਜਲਦੀ ਜਾਣਨ ਲੱਗ ਜਾਂਦੇ ਨੇ, ਫੋਲੋ ਕਰਨ ਲੱਗ ਜਾਂਦੇ ਨੇ। ਉਸ ਵੇਲੇ ਲੱਗਦਾ ਸੀ ਵੀ ਯਾਰ ਬਾਪੂ ਜੀ ਉਸ ਵੇਲੇ ਐਂ ਦਰੀਆਂ ਝਾੜਦੇ ਫਿਰਦੇ ਨੇ, ਕਦੇ ਝੰਡਾ ਚੱਕ ਕੇ ਇੱਧਰ ਨੂੰ ਤੁਰ ਪਏ, ਕਦੇ ਇੱਧਰ ਨੂੰ ਤੁਰ ਪਏ, ਉਦੋਂ ਲੱਗਦਾ ਸੀ? ਨਹੀਂ, ਇਹ ਚੀਜ਼ ਨਹੀਂ ਲੱਗਦੀ ਸੀ। ਮਾਨ ਸੀਗਾ ਪਾਰਟੀ ਨਾਲ ਪਹਿਲੇ ਦਿਨੋਂ। ਮੇਰੇ ਥੋੜੀ ਜਿਹੀ ਵਿਚਾਰਧਾਰਾ ਕਾਮਰੇਡਾਂ ਨੂੰ ਥੋੜੀ ਜਿਹੀ ਫਰਕ ਨਾਲ ਹੈ, ਕਿਉਂ ਇਹਨਾਂ ਦੀ ਹੋਰ ਹੈ। ਮੈਂ ਕਿਸਾਨ ਜਥੇਬੰਦੀ ਤੋਂ ਪਹਿਲੇ ਦਿਨੋਂ ਤੋਂ ਪਹਿਲੇ ਦਿਨ ਗੱਡੀ ਵੀ ਲੈ ਕੇ ਜਾਣਾ, ਬਾਪੂ ਨੇ ਕਿਤੇ ਮੀਟਿੰਗ ਤੇ ਜਾਣਾ ਹੈ, ਉਹ ਵੈਸੇ ਮੇਰਾ ਸਵਾਦ ਬਾਪੂ ਵਾਂਗੂ ਗਰਮੀ ਹੈ, ਠੰਡਾ ਨਹੀਂ ਹੈਗਾ, ਤੇ ਨਾਲ ਜਾਣਾ ਮੈਂ, ਕੋਈ ਚੱਕਰ ਵਾਲੀ ਗੱਲ ਨਹੀਂ। ਬਾਪੂ ਦੀ ਵਾਧੂ ਸਪੋਰਟ ਕਰਦਾ। ਹੁਣ ਕਿਵੇਂ ਅਸੀਂ ਜਾਂਦੇ ਹਾਂ, ਬਾਈ ਜੀ ਨੇ ਝੰਡੇ ਫੜਾਉਣੇ ਆ, ਚੰਡੀਗੜ੍ਹ ਗੱਡੀਆਂ ਜਾਂਦੀਆਂ ਨੇ, ਅਸੀਂ ਗੱਡੀਆਂ ਤੇ ਝੰਡੇ ਵੀ ਫੜਾ ਕੇ ਆਉਂਦੇ ਹਾਂ, ਗਾਹਾਂ ਮੂਹਰੇ ਮੈਸੇਜ ਵੀ ਦਿੰਦੇ ਆ ਵੀ ਬਾਈ ਜੀ ਆਹ ਗੱਡੀ ਤੋਂ ਆਪਣੇ ਝੰਡੇ ਆ ਗਏ, ਝੰਡੇ ਫੜ ਕੇ ਲੈ ਜਾਓ। ਸੋ ਬਿਲਕੁਲ ਹੋਰ ਵੀ ਘਰ ਦੇ ਪਰਿਵਾਰ ਦੇ ਜੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਵੱਡੇ ਬੇਟੇ ਦੇ ਜਿਹੜੇ ਮਿਸਿਸ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਜੀ ਕੀ ਲੱਗਦਾ ਕੀ ਹੈ ਕਿ ਪ੍ਰਧਾਨ ਜੀ ਦਾ ਸੁਭਾਅ ਕਹਿੰਦੇ ਤੱਤਾ ਹੈਗਾ, ਤੁਸੀਂ ਕਿੰਨਾ ਕੁ ਮੰਨਦੇ ਹੋ ਕਿ ਪ੍ਰਧਾਨ ਜੀ ਕਿਹੋ ਜਿਹੇ ਨੇ? ਨਾ ਜੀ ਕੋਈ ਇੰਨਾ ਹੈਗਾ ਗਰਮ ਹੈਗਾ, ਘਰ ਪਰਿਵਾਰ ਬਾਰੇ ਕੋਈ ਗਰਮ ਨਹੀਂ ਹੈਗਾ। ਠੀਕ ਹੈ ਜੀ, ਸਾਨੂੰ ਕਦੇ ਵੀ ਨੂੰਹ ਵਾਲਾ ਦਰਜਾ ਨਹੀਂ ਦਿੱਤਾ ਹੈਗਾ, ਧੀਆਂ ਵਾਲਾ ਦਰਜਾ ਦਿੱਤਾ ਹੋਇਆ। ਬੇਟੇ ਕਹਿ ਕੇ ਬੁਲਾਉਣਾ, ਕਿਤੇ ਵੀ ਜਾਣਾ ਆਉਣਾ, ਕੋਈ ਐ ਫਰਕ ਨਹੀਂ ਹੈਗਾ ਵੀ ਨੂੰਹ ਹੈਗੀ ਬਾਹਰ ਨਹੀਂ ਜਾਣਾ, ਬਸ ਇਹੀ ਹੈ। ਜੀ ਤੁਸੀਂ ਕੀ ਮੰਨਦੇ ਹੋ ਕਿ ਅੱਜ ਕੱਲ੍ਹ ਦੇਖਦੇ ਹੋ ਸੋਸ਼ਲ ਮੀਡੀਆ ਤੇ ਦੇਖਦੇ ਹੋਵੋਗੇ, ਸਾਰਾ ਹਾਲਾਤ ਦੱਸੋ, ਕਿਉਂਕਿ ਇਸ ਪਰਿਵਾਰ ਦੇ ਨਾਲ ਤੁਸੀਂ ਜੁੜੇ ਹੋਏ ਹੋ ਲੰਮਾ ਸਮਾਂ, ਕਿਹੋ ਜਿਹਾ ਰਹਿੰਦੇ ਨੇ ਉਹ ਦਿਨ ਕਿਸਾਨੀ ਲੀਡਰੀ ਦੇ ਵਿੱਚ? ਕਿਉਂਕਿ ਅੱਜ ਕੱਲ੍ਹ ਤਾਂ ਚਲੋ ਲੀਡਰਾਂ ਦੀ ਆਪਾਂ ਕਹਿੰਦੇ ਆ ਇੱਕ ਤਰੀਕੇ ਦੇ ਨਾਲ ਲੀਡਰਾਂ ਦੀ ਚੜ੍ਹਾਈ ਵੀ ਹੈ, ਲੀਡਰਾਂ ਨੂੰ ਲੋਕ ਫੋਲੋ ਵੀ ਕਰਦੇ ਨੇ, ਪਰ ਸਾਰੇ ਜ਼ਿੰਦਗੀ ਦੇ ਹਰ ਪਾਰਟ ਹੁੰਦੇ ਨੇ ਔਖੇ ਸੌਖੇ, ਤੇ ਔਖੇ ਸੌਖੇ ਪਾਰਟਾਂ ਨੂੰ ਤੁਸੀਂ ਕਿੱਦਾਂ ਆਪਣੀ ਜ਼ਿੰਦਗੀ 'ਚ ਦੇਖਦੇ ਹੋ? ਬਸ ਜੀ ਐਵੇਂ ਫੈਮਿਲੀ ਨਾਲ ਜੀ ਸਪੈਂਡ ਕਰੀਂਦਾਗਾ ਬਸ। ਸੋ ਬਿਲਕੁਲ ਇਹ ਪਰਿਵਾਰ ਦੇ ਜੀ ਨੇ। ਸੁੱਖੀ ਨਾਲ ਵੀ ਗੱਲਬਾਤ ਕਰਾਂਗੇ। ਸੁੱਖੀ, ਕੀ ਲੱਗਦਾ ਕੀ ਹੈ? ਮੈਂ ਕਹਿੰਦਾ ਖੜੇ ਹੋ ਜਾਓ, ਆਪਾਂ ਪ੍ਰਧਾਨ ਜੀ ਕੋਲੇ ਚੱਲਦੇ ਹਾਂ। ਤੇ ਕੀ ਲੱਗਦਾ ਕੀ ਹੈ, ਪਹਿਲਾਂ ਤੁਹਾਡੇ ਮਿਲਦੇ ਨਹੀਂ ਸੀ ਵਿਚਾਰ ਕੀ ਸੀਗੇ ਪ੍ਰਧਾਨ ਜੀ? ਮੈਂ ਕਹਿੰਦਾ ਵਿਚਾਰ ਦੱਸ ਦਿਓ, ਨਾਲੇ ਵਿਚਾਰ ਗੱਲਾਂ ਬਾਤਾਂ ਕਰਦੇ ਹਾਂ। ਬੱਲੀ ਜੀ ਦੇ ਦਿਓ ਮਾੜੀ ਜੀ ਕੁਰਸੀ, ਦੋਵੇਂ ਦੀ ਕਰਾ ਦਈਏ, ਆਪਾਂ ਵਰਸਸ ਕਰਾ ਦਈਏ, ਪ੍ਰਧਾਨ ਜੀ ਵਰਸਸ ਪੋਤਾ ਹੈ। ਕੀ ਸੀਗਾ, ਕੀ ਵਿਚਾਰ ਸੀਗੇ ਜਿਹੜੇ ਤੁਹਾਡੇ ਤਾਲਮੇਲ ਨਹੀਂ ਖਾਂਦੇ? ਸਾਡਾ ਤਾਲਮੇਲ ਖਾਂਦੇ ਸੀ ਜਦੋਂ ਵੀ ਅਸੀਂ ਗੱਲ ਕਰਦੇ ਬਹਿ ਕੇ ਪਰਿਵਾਰ 'ਚ। ਹੁਣ ਗੁਰਜੰਟ ਨੇ ਗੱਲ ਕਰਨੀ ਹੈ, ਜਸਵੰਤ ਨੇ ਕਰਨੀ ਹੈ, ਜਸਵੰਤ ਜਥੇਬੰਦੀ ਦੀ ਗੱਲ ਕਰਨੀ ਹੈ। ਇਹ ਜਦੋਂ ਆ ਕੇ ਸਾਡੇ ਪਰਿਵਾਰ 'ਚ ਬਹਿੰਦਾ ਸੀ, ਇਹ ਡਾਨੀ ਬਾਨੀ ਦੀ ਗੱਲ ਕਰਦਾ ਸੀ। ਮੈਂ ਉਹਨਾਂ ਦਾ ਨਾਂ ਸੁਣ ਕੇ ਵੀ ਰਾਜੀ ਨਹੀਂ ਵੀ ਮੇਰੇ ਘਰ ਦੇ ਵਿੱਚ ਕੋਈ ਉਹਦੇ ਕੋਲ ਨਾਂ ਲਵੇ। ਕੀ ਚੱਕਰ ਹੈ? ਕਿਉਂਕਿ ਕਾਰੋਬਾਰ ਕਰਨਾ ਨਾ ਹਰ ਬੰਦੇ ਨੇ, ਕਾਰੋਬਾਰ ਕਰਨ ਵਾਲਾ ਇੰਨੀ ਈਰਖਾ ਕਾਹਤੋਂ? ਨਹੀਂ, ਬਿਲਕੁਲ ਨਹੀਂ। ਦੋ ਜਮਾਤਾਂ ਹੈ, ਉਹ ਸਾਡੀ ਜਮਾਤ ਦੇ ਨਹੀਂ ਹੈਗੇ, ਉਹ ਸਾਡੀ ਦੁਸ਼ਮਣ ਜਮਾਤ ਦੇ ਨੇ। ਕੋਈ ਜਦੋਂ ਦੁਸ਼ਮਣ ਜਮਾਤ ਦਾ ਨਾਂ ਲਊਗਾ, ਇਹਦੇ ਨਾਲ ਮੇਰਾ ਗੁੱਸਾ ਕਿਹੜੀ ਗੱਲ ਤੋਂ ਵਧਿਆ? 12 ਕਿੱਲੇ ਕਣਕ ਤੀ, ਇਹਨੂੰ 4 ਕਿੱਲੇ ਨਾਲ ਆਉਂਦਾ ਤੀ, ਮੈਥੋਂ ਚੋਰੀਆਂ ਨੇ ਆਪਦਾ ਨਾਲ ਵੇਚਤਾ ਵੀ ਪੈਸੇ ਬਾਪੂ ਜੀ ਕੋਲੇ ਨਾ ਵਗ ਜਾਣ। ਮੈਂ ਇਹਨੂੰ ਸੱਦਿਆ ਵੀ ਤੈਂ ਕੀ ਕਰਿਆ ਗੱਲ? ਫਿਰ ਮੈਂ ਕਿਹਾ ਵੀ ਤੇਰੀ ਸੋਚ ਡਾਨੀ ਬਾਨੀ ਵਾਲੀ ਆਪਣੀ ਬਣਦੀ ਨਹੀਂ। ਫਿਰ ਇਹ 4-5 ਮਹੀਨੇ ਦਾ ਪੁੱਤਾ ਬੋਲੇ ਨਹੀਂ। ਮੈਨੂੰ ਇੱਧਰ ਕੋਠੀ 'ਚ ਵੀ ਆਉਣਾ ਬੰਦ ਕਰਤਾ ਵੀ ਆਪਦੀ 'ਚ ਰਹਿਣਾ, ਪਾਤੀ ਕੋਠੀ ਮੇਰੇ ਕੰਨੀ ਨਹੀਂ ਆਉਣਾ। ਫਿਰ ਇਹਨੇ ਕੁਛ ਚਿਰ ਬਾਅਦ ਆ ਕੇ ਮੇਰੇ ਨਾਲ ਸਮਝੌਤਾ ਕਰਿਆ, ਮੇਰੇ ਗੋਡੀਆਂ ਹੱਥ ਲਾਏ,
ਜੋ ਗੁੱਡੀ ਹੱਥ ਲਾਏ ਮੈਂ ਇਹਨੂੰ ਪੁੱਛਿਆ ਯਾਰ ਮੈਨੂੰ ਹਜੇ ਵੀ ਖਤਰਾ, ਤੂੰ ਮੈਨੂੰ ਸਮਝੌਤਾ ਕਿਉਂ ਕਰਦਾ ਹੈ? ਕਹਿੰਦਾ ਕੀ ਮੈਂ ਕਿਹਾ ਗੱਲ ਹੈ ਕੋਈ, ਇਹ ਹੱਸਣ ਲੱਗ ਗਿਆ, ਕਹਿੰਦਾ ਮੈਂ ਕਈ ਦੋ ਕੰਮ ਕਰਾਏ ਨੇ ਤੇਰਾ ਨਾਂ ਲੈ ਕੇ, ਜੇ ਤਾਂ ਮੈਂ ਕਿਸੇ ਅਫਸਰ ਨੇ ਤੇਰੇ ਨਾਲ ਗੱਲ ਕਰਨੀ ਤੂੰ ਕਹੇਗਾ ਭਾਈ ਜੀ ਉਹਦੇ ਮਗਰ ਕੰਮ ਲੱਗਾ। ਮੈਂ ਤਾਂ ਨਹੀਂ ਪੁੱਛ ਲੈਣਾ ਕੀ ਕੰਮ, ਕੀ ਸੁੱਖੀ ਕੀ ਕੰਮ ਕਰਾਏ ਬਾਪੂ ਜੀ ਦਾ ਨਾਂ ਲੈ ਕੇ? ਬਾਪੂ ਜੀ ਦਾ ਨਾਮ ਤਾਂ ਜੀ ਸਾਰੇ ਕਿਤੇ ਹੀ ਚੱਲਦਾ ਸੀਗਾ। ਸਾਨੂੰ 2-3 ਥਾਵਾਂ ਤੇ ਰੋਕਿਆ, ਮੇਰੇ ਦੋਸਤਾਂ ਨੂੰ ਰੋਕਿਆ, ਦਾਦਾ ਜੀ ਦਾ ਨਾਮ ਲਿਆ, ਉਹ ਕਹਿੰਦੇ ਅਸੀਂ ਪੋਤਰੇ ਆ ਵੀ ਦਾਦੇ ਦੇ। ਬਸ ਫਿਰ ਬਾਪੂ ਜੀ ਨੇ ਸਾਡਾ ਕੰਮ ਕਰਵਾਇਆ, ਅਸੀਂ ਫਿਰ ਆਪਾਂ ਉਹ ਕਰ ਲਿਆ। ਕੀ ਲੱਗਦਾ ਕੀ ਸੀਗਾ ਵੀ ਬਾਪੂ ਜੀ ਨਾਲ ਫਿਰ ਉਹ ਲੱਗਦਾ ਵੀ ਉਸ ਤੋਂ ਬਾਅਦ ਜਿਹੜੀ ਉਹ ਗੱਲਬਾਤ ਤੁਸੀਂ ਕਰਾਈ ਉਸ ਤੋਂ ਬਾਅਦ ਕੰਮ ਤੁਹਾਡਾ ਬਣ ਗਿਆ ਤੇ ਬਾਅਦ ਚ ਬਾਪੂ ਨਾਲ ਹੋ ਗਈ ਮੈਨੂੰ ਲੱਗਦਾ ਸੁਲਾ ਵੀ ਹੋ ਗਈ, ਸਾਡੇ ਨਾ ਵਿਚਾਰਾਂ 'ਚ ਵੀ ਸਾਡੇ ਨੇੜਤਾ ਆਉਣੀ ਸ਼ੁਰੂ ਹੋ ਗਈ। ਉਦੋਂ ਸਾਡਾ ਪ੍ਰੋਟੈਸਟ ਦੀ ਸਟਾਰਟਿੰਗ ਸੀ, ਇੱਥੇ ਪੰਜਾਬ 'ਚ ਚੱਲ ਰਿਹਾ ਸੀ ਜ਼ੋਰਾਂ ਸ਼ੋਰਾਂ ਤੇ। ਸਾਨੂੰ ਜਿੰਨਾ ਕੁ ਮੈਂ ਦੇਖਦਾ ਸੀਗਾ, ਮੈਂ ਪ੍ਰਭਾਵਿਤ ਹੋਇਆ ਜਦੋਂ ਹਰਿਆਣੇ 'ਚ ਅੰਦੋਲਨ ਦੀ ਸ਼ੁਰੂਆਤ ਹੋਈ। ਉੱਥੇ ਉਹਨਾਂ ਨੇ ਸਾਡੇ ਤੇ ਵਾਟਰ ਕੈਨਨ ਨਾਲ ਇਸਤੇਮਾਲ ਕੀਤਾ ਗਿਆ, ਕਿਸਾਨਾਂ ਤੇ ਫਾਰਮਰਸ ਤੇ ਉਹਨਾਂ ਨੂੰ ਬੈਰੀਅਰ ਲਾ ਕੇ ਰੋਕਿਆ ਗਿਆ ਹਰਿਆਣੇ 'ਚ। ਤੁਸੀਂ ਦੇਖਿਆ ਹੋਣਾ ਪ੍ਰੋਟੈਸਟ ਹੋਇਆ ਦਿੱਲੀ ਰੋਡ ਤੇ ਜਿਹੜਾ ਹੋਣਾ ਸੀ ਉੱਥੇ। ਫਿਰ ਉਦੋਂ ਬਾਅਦ 'ਚੋਂ ਮੈਂ ਸੋਚਿਆ ਵੀ ਹੁਣ ਆਪਾਂ ਨੂੰ ਵਿਚਾਰ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਸਾਰੇ ਕਾਸੇ ਨੂੰ। ਹੁਣ ਆਪਾਂ ਨੂੰ ਇਕਜੁੱਟ ਹੋ ਕੇ ਤੇ ਆਪਣੇ ਕਿਸਾਨਾਂ ਲਈ ਖੜਨਾ ਚਾਹੀਦਾ। ਸੁੱਖੀ ਭਾਈ ਇੱਕ ਗੱਲ ਹੋਰ ਹੈ ਕਿ ਬਹੁਤ ਸਾਰੇ ਤੁਹਾਡੇ ਮੇਰੇ ਵਰਗੇ ਜਿਹੜੇ ਨੌਜਵਾਨ ਨੇ ਉਹ ਉੱਥੇ ਗਏ ਵੀ ਨੇ, ਬਹੁਤ ਸਾਰੇ ਸ਼ਹੀਦੀਆਂ ਵੀ ਪਾ ਗਏ ਨੇ। ਨਵਰੀਤ ਦੀ ਆਪਾਂ ਗੱਲ ਕਰ ਲਈਏ, ਹੋਰ ਬਹੁਤ ਸਾਰੇ ਜਿਹੜੇ ਨੌਜਵਾਨ ਨੇ, ਕਿੱਦਾਂ ਦੇਖਦੇ ਹੋ ਜਦੋਂ ਇਹੋ ਜਿਹੀਆਂ ਨੌਜਵਾਨਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਦਿਲ ਦੇ ਉੱਤੇ ਕੀ ਬੀਤਦੀ ਹੈ? ਨਵਰੀਤ ਵੀਰ ਨਾਲ ਮੇਰਾ ਦਿਲੋਂ ਉਹਦੀ ਮੈਰਿਜ ਹੋਈ, ਬੜਾ ਮੈਂ ਹਰਟ ਹੋਇਆ ਉਹ ਗੱਲ ਤੋਂ ਵੀ ਉਹਦੇ ਗੋਲੀ ਮਾਰੀ ਉਹਨਾਂ ਨੇ ਕਿਵੇਂ। ਲਾਓ ਉਹ ਮੁੰਡੇ ਨੂੰ ਜ਼ਰੂਰਤ ਪਈ, ਉਹਨਾਂ ਦੀਆਂ ਪਾਲਿਸੀਆਂ ਮਾੜੀਆਂ ਸੀ ਤਾਂ ਅਸੀਂ ਦਿੱਲੀ ਗਏ। ਸਾਡਾ ਕੋਈ ਹੋਰ ਤਾਂ ਵੇ ਨਹੀਂ ਸੀ ਨਾ। ਮੇਰੇ ਉਮਰ ਦਾ 19 ਸਾਲ ਦੀ ਉਮਰ ਦਾ ਇੱਕ ਮੇਰਾ ਭਾਈ ਉੱਥੇ ਸ਼ਹੀਦ ਹੋ ਗਿਆ। ਉਹਦੀ ਮਾਂ ਹੁਣ ਉਹਦੇ ਕੱਪੜਿਆਂ ਨੂੰ ਲੈ ਕੇ ਆਪਦੀ ਛਾਤੀ ਨਾਲ ਲਾ ਕੇ ਉਹ ਰੋ ਰਹੀ ਆ। ਐਕਸਪੋਜ਼ ਕਰ ਲਓ, ਸੌਰੀ ਮੈਂ ਵੀ ਇਮੋਸ਼ਨਲ ਹੋਇਆ ਨਾ। ਉਹ ਨਾ ਹੁਣ ਇੱਕ ਆਪਦੇ ਬੱਚੇ ਨੂੰ ਯਾਦ ਕਰਨ ਲਈ ਉਹਦੇ ਕੱਪੜਿਆਂ ਨੂੰ ਆਪਦੇ ਸੀਨੇ ਨਾਲ ਲਾ ਕੇ ਰੋ ਰਹੀ ਆ ਵੀ ਕੀ ਉਹਨੇ ਪਾਲਿਸੀ ਸਹੀ ਸੀ। ਹੁਣ ਤੁਸੀਂ ਮੋਦੀ ਤੋਂ ਜਾ ਕੇ ਪੁੱਛੋ ਵੀ ਤੇਰੀ ਪਾਲਿਸੀ ਸਹੀ ਸੀਗੀ ਵੀ ਤੂੰ ਇੱਕ 19 ਸਾਲ ਦਾ ਮੁੰਡਾ ਜਿਹਦੇ ਮਾਂ-ਬਾਪ ਨੇ ਇੱਕ ਸੁਪਨਾ ਦੇਖਿਆ ਵੀ ਇਹ ਬੱਚਾ ਸਾਡੇ ਲਈ ਜ਼ਿੰਦਗੀ ਸਾਡੀ ਸਵਾਰੂਗਾ। ਉਹ ਤੇ ਆਪਦਾ 20 ਸਾਲ ਦਾ ਸਮਾਂ ਲਾਇਆ, ਉਹਨੂੰ ਛੋਟੇ ਹੱਥ ਫੜ ਕੇ ਚੱਲਣਾ ਸਿਖਾਇਆ, ਉਹਨੂੰ ਸਕੂਲ 'ਚ ਪੜ੍ਹਾਇਆ। ਹੁਣ ਉਹ ਸ਼ਹੀਦ ਹੋ ਗਿਆ ਉੱਥੇ। ਉਹ ਦਿਲ 'ਤੇ ਠੇਸ ਪਹੁੰਚੀ। ਮੈਨੂੰ ਬੜਾ ਗਲਤ ਫੀਲ ਹੋਇਆ ਵੀ ਯਾਰ ਕੀ ਪਾਲਿਸੀਆਂ ਨੇ ਸਰਕਾਰ ਦੀਆਂ। ਸਾਨੂੰ ਮਾਰਨਾ ਚਾਹੁੰਦੇ ਨੇ ਇਹ, ਸਾਨੂੰ ਜੀਵੀ ਕਹਿ ਰਹੇ ਨੇ, ਪਰਜੀਵੀ ਕਹਿ ਰਹੇ ਨੇ। ਪਰਜੀਵੀ ਪਤਾ ਕੀ ਹੁੰਦਾ? ਪਰਜੀਵੀ ਹੁੰਦਾ ਆਪਣਾ ਜਿਹੜਾ ਦੂਜੇ ਦਾ ਖੂਨ ਪੀ ਕੇ ਪਲਦਾ। ਤੁਸੀਂ ਇੱਕ ਅੰਨਦਾਤਾ ਨੂੰ ਜਿਹੜਾ ਅਸੀਂ ਕਦੇ ਦਿਲ 'ਚ ਕੋਈ ਸਵਾਰਥ ਨਹੀਂ ਰੱਖਿਆ। ਰਾਤਾਂ ਨੂੰ ਉੱਠ ਕੇ ਅਸੀਂ ਖੇਤਾਂ 'ਚ ਫਸਲਾਂ ਨੂੰ ਪਾਣੀ ਲਾਇਆ। ਹਰੀ ਕ੍ਰਾਂਤੀ ਆਈ, ਸਾਡੇ ਕਿਸਾਨਾਂ ਨੇ ਦਿਨ ਰਾਤ ਇੱਕ ਕਰਕੇ ਦੇਸ਼ ਦੀ ਅਰਥ ਵਿਵਸਥਾ ਨੂੰ ਠੀਕ ਕੀਤਾ। ਇਹਨਾਂ ਨੂੰ ਐਂ ਪੁੱਛਣ ਵਾਲਾ ਹੋਵੇ ਵੀ ਜੇ ਕੱਚਾ ਮਾਲ ਜੇ ਤਿਆਰ ਹੋਊਗਾ ਫੇਰ ਹੀ ਕਿਤੇ ਜਾ ਕੇ ਵਪਾਰ ਚੱਲੂਗਾ, ਫੇਰ ਹੀ ਬਿਜ਼ਨਸ ਚੱਲੂਗਾ। ਕੱਚਾ ਮਾਲ ਤਾਂ ਖੇਤ 'ਚੋਂ ਤਿਆਰ ਹੋਣਾ। ਕਾਟਨ ਨੇ ਇੱਕ ਖੇਤ 'ਚੋਂ ਤਿਆਰ ਹੋਣਾ, ਇੱਕ ਕਿਸਾਨ ਤੋਂ ਤਿਆਰ ਹੋਣਾ। ਤੁਸੀਂ ਉਹ ਕਿਸਾਨ ਨੂੰ ਇੱਕ ਯਾਰ ਪਰਜੀਵੀ ਕਹਿ ਰਹੇ ਹੋ ਜਿਹਨੇ ਦੇਸ਼ ਦੀ ਅਰਥ ਵਿਵਸਥਾ ਨੂੰ ਚੱਲ ਜਾਣ ਲਈ ਆਪਦਾ ਸਭ ਕੁਝ ਦਾਅ 'ਤੇ ਲਾਤਾ। ਰਾਤਾਂ ਨੂੰ ਪਾਣੀ ਲਾਏ, ਉਹਨੇ ਕਦੇ ਕੋਈ ਪਰਵਾਹ ਨਹੀਂ ਕੀਤੀ। ਠੰਡ 'ਚ ਤੁਸੀਂ ਹੁਣ ਦੇਖਿਆ ਹੋਣਾ ਕਣਕ ਨੂੰ ਪਾਣੀ ਲੱਗਦੇ ਨੇ, ਰਾਤ ਨੂੰ ਵਾਰੀ ਹੁੰਦੀ ਆ ਪਾਣੀ ਦੀ। ਮੈਂ ਵੀ ਖੇਤੀ ਕੀਤੀ ਆ। ਰਾਤ ਨੂੰ ਜਾਣਾ ਬੜਾ ਔਖਾ ਹੁੰਦਾ ਬੰਦੇ ਨੂੰ, ਠੰਡ 'ਚ ਉੱਠ ਕੇ ਜਾਣਾ। ਤੁਸੀਂ ਰਜਾਈ 'ਚੋਂ ਨਾ, ਚਲੋ ਆਪਾਂ ਸ਼ਹਿਰਾਂ 'ਚ ਰਹਿੰਦੇ ਆ, ਰਜਾਈ 'ਚ ਉੱਠਣਾ ਬੜੀ ਉਹ ਹੋ ਜਾਂਦਾ ਗੱਲ ਵੀ ਰਜਾਈ 'ਚ ਉੱਠਣਾ ਵੀ ਬੜੀ ਮੁਸ਼ਕਿਲ ਹੋ ਜਾਂਦੀ ਆ, ਠੰਡ ਹੁੰਦੀ ਆ ਇੰਨੀ ਜ਼ਿਆਦਾ। ਇਹ ਹੁਣ ਸਾਨੂੰ ਪਰਜੀਵੀ ਕਹਿ ਰਹੇ ਨੇ, ਇਹ ਗਲਤ ਗੱਲ ਹੀ ਆ। ਤੁਸੀਂ ਆਪ ਹੀ ਦੇਖ ਲਓ, ਇੱਕ ਕਿਸਾਨ ਨੂੰ ਤੁਸੀਂ ਕੀ ਕਹਿ ਰਹੇ ਹੋ? ਜੈ ਜਵਾਨ ਜੈ ਕਿਸਾਨ ਦਾ ਨਾਅਰਾ ਹੈਗਾ ਆਪਣੇ ਦੇਸ਼ ਦਾ। ਇਹ ਹੁਣ ਕਿਸਾਨ ਨੂੰ ਕੀ ਕਹਿ ਰਿਹਾ ਤੁਸੀਂ ਆਪ ਦੇਖੋ। ਗੁਰਜੰਟ ਨਾਲ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸੁੱਖੀ ਬੜਾ ਭਾਵੁਕ ਹੋਇਆ, ਕਿਵੇਂ ਦੇਖਦੇ ਹੋ? ਬੜੀ ਜ਼ਿੰਦਗੀ 'ਚ ਤਾਰ ਚੜਾਵ ਦੇਖੇ ਹੋਣਗੇ ਜਦੋਂ ਇਹੋ ਜਿਹੀਆਂ ਖਬਰਾਂ ਤੁਸੀਂ ਸੁਣਦੇ ਹੋ, ਕਿਉਂਕਿ ਦਿਲ ਨੂੰ ਟੁੰਬ ਜਾਂਦੀਆਂ ਨੇ। ਤਾਂ ਕੀ ਲੱਗਦਾ ਕੀ ਹੈ ਕਿ ਇੰਨੀ ਨਿਰਦਈ ਕਿਉਂ ਹੋ ਗਈ ਸਰਕਾਰ, ਕਿਉਂ ਨਹੀਂ ਅਜੇ ਸੁਣ ਰਹੀ? ਦੇਖੋ ਇਹ ਇੱਕ ਧਾਰਾ ਹੈ, ਮਤਲਬ ਕਬੀਲਾ ਯੁੱਗ ਤੋਂ ਜੋ ਅਸੀਂ ਸ਼ੁਰੂਆਤ ਕਰਦੇ ਹਾਂ ਉਹ ਤੋਂ ਲੈ ਕੇ ਅੱਜ ਤੱਕ ਇਹ ਸੇਮ ਹੀ ਚੀਜ਼ਾਂ ਨੇ। ਮਤਲਬ ਉਦੋਂ ਤੋਂ ਲੈ ਕੇ ਇੱਕ ਜਮਾਤ ਦੂਸਰੀ ਜਮਾਤ ਨੂੰ ਕੁੱਟਦੀ ਹੈ, ਚਾਹੇ ਉਹ ਰਜਵਾੜਿਆਂ ਦੇ ਰੂਪ 'ਚ ਸੀਗੀ,
ਚਾਹੇ ਉਹ ਗੁਲਾਮਾਂ ਤੇ ਮਾਲਕਾਂ ਦੇ ਰੂਪ 'ਚ ਸੀਗੀ, ਚਾਹੇ ਉਹ ਫਰੰਗੀਆਂ ਤੇ ਸਾਡੇ ਭਾਰਤੀ ਲੋਕਾਂ ਦੇ ਰੂਪ 'ਚ ਸੀਗੀ, ਚਾਹੇ ਅੱਜ ਕਾਰਪੋਰੇਟ ਘਰਾਣੇ ਤੇ ਸਾਡੇ ਆਮ ਕਿਰਤੀ ਲੋਕਾਂ ਦੇ ਰੂਪ 'ਚ ਹੈ। ਇਹਨਾਂ ਨੂੰ ਇਹ ਸੇਮ ਹੀ ਚੀਜ਼ਾਂ ਨੇ, ਉਦੋਂ ਤੋਂ ਲੈ ਕੇ ਅੱਜ ਤੱਕ ਉਹੀ ਸੇਮ ਚੀਜ਼ਾਂ ਹੋ ਰਹੀਆਂ, ਉਹੀ ਘਟਨਾਵਾਂ ਹੋ ਰਹੀਆਂ ਨੇ। ਜਦੋਂ ਅਸੀਂ ਪਿੱਛੇ ਇਤਿਹਾਸ 'ਤੇ ਨਿਗਾਹ ਮਾਰਦੇ ਹਾਂ ਤਾਂ ਅਸੀਂ ਵੇਖਦੇ ਹਾਂ ਵੀ ਕਿਵੇਂ ਗੁਰੂ ਘਿਆਂ ਦੇ ਮਤਲਬ ਕਿ 6-6 7-7 ਸਾਲਾਂ ਦੇ ਬੱਚਿਆਂ ਨੂੰ ਮਤਲਬ ਨੀਹਾਂ ਦੇ ਵਿੱਚ ਚਿਣਿਆ ਗਿਆ, ਬਿਰਧ ਮਾਤਾ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ, ਕਿਵੇਂ ਸਾਡੇ ਪੁਰਖਿਆਂ ਦੇ ਬੰਦ ਕੱਟੇ ਗਏ, ਚਰਖੜੀਆਂ ਤੇ ਚੜਾਇਆ ਗਿਆ, ਉਹ ਸਾਰਾ ਵਰਤਾਰਾ ਹੋਇਆ। ਤਾਂ ਉਸ ਸਮੇਂ ਜਦੋਂ ਇਹ ਲੜਾਈ ਲੜੀ ਤਾਂ ਉਦੋਂ ਮੁਗਲ ਬਾਦਸ਼ਾਹ ਹਾਰੇ, ਸਾਡੇ ਮਤਲਬ ਲੋਕ ਜਿੱਤੇ, ਸਾਡੇ ਲੋਕਾਂ ਨੂੰ ਮਾਨ ਸਨਮਾਨ ਮਿਲਿਆ। ਜਿੱਥੇ ਹਿੰਦੂਆਂ ਦਾ ਮਾਨ ਸਨਮਾਨ ਬਰਾਬਰ ਰਿਹਾ, ਉੱਥੇ ਇੱਕ ਸਿੱਖ ਕੌਮ ਉੱਭਰ ਕੇ ਸਾਹਮਣੇ ਆਈ। ਤਾਂ ਉਸ ਤੋਂ ਬਾਅਦ ਫਿਰ ਉਹਦਾ ਰੂਪ ਬਦਲ ਕੇ ਫਿਰ ਇੱਥੇ ਆ ਕੇ ਫਰੰਗੀਆਂ ਨੇ ਮਤਲਬ ਸੱਤਾ ਦੇ ਉੱਪਰ ਕਬਜ਼ਾ ਕਰ ਲਿਆ। ਤਾਂ ਉਹਨਾਂ ਦੇ ਕਬਜ਼ੇ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਕਿਵੇਂ ਜਲਿਆਂਵਾਲੇ ਬਾਗ ਦੇ ਵਿੱਚ ਨਿਰਦੋਸ਼ ਲੋਕਾਂ ਨੂੰ ਭੁੰਨ ਦਿੱਤਾ ਜਾਂਦਾ ਹੈ, ਖੂਹਾਂ ਨੂੰ ਲਾਸ਼ਾਂ ਨਾਲ ਭਰ ਦਿੱਤਾ ਜਾਂਦਾ ਹੈ, ਕਿਵੇਂ ਭਗਤ ਸਿੰਘ ਵਰਗਿਆਂ ਨੂੰ ਬਰਫ਼ ਦੀਆਂ ਚਿੱਲੀਆਂ ਤੇ ਲਟਿਆ ਕੇ ਉਹਨਾਂ ਨੂੰ ਤਸ਼ੱਦਦ ਕੀਤਾ ਜਾਂਦਾ ਹੈ, ਕਿਵੇਂ ਨੌਜਵਾਨਾਂ ਨੂੰ ਕਰਤਾਰ ਸਿੰਘ ਸਰਾਭੇ ਦੀ ਜਿਹਦੀ ਉਮਰ ਵੀ ਨਹੀਂ ਬਣਦੀ ਸੀ, ਉਹ ਨਾਬਾਲਗ ਸੀਗਾ, ਉਹਦੀ ਉਮਰ ਵੀ ਨਹੀਂ ਸੀ, ਉਹਨੂੰ ਫਾਂਸੀ ਦੇ ਦਿੱਤਾ ਜਾਂਦਾ, ਉਹਨੂੰ ਫਾਂਸੀ ਤੇ ਲਟਕਾ ਦਿੱਤਾ ਜਾਂਦਾ ਹੈ। ਤਾਂ ਜਿਹੜੇ ਅੰਗਰੇਜ਼ਾਂ ਦਾ ਰਾਜ ਦੇ ਵਿੱਚ ਦਿਨ ਨਹੀਂ ਛਿਪਦਾ ਸੀ, ਜਿਹੜੇ ਕਰੀਬ 200 ਕੰਟਰੀ ਦੇ ਉੱਤੇ ਰਾਜ ਕਰ ਰਹੇ ਸੀ, ਤਾਂ ਉਹਨਾਂ ਨੂੰ ਮੂੰਹ ਦੀ ਖਾਣੀ ਪਈ, ਉਹ ਪਿੱਛੇ ਗਏ। ਤਾਂ ਮਤਲਬ ਸਾਡੇ ਲੋਕਾਂ ਦੀ ਜਿੱਤ ਹੋਈ, ਸਾਡਾ ਦੇਸ਼ ਆਜ਼ਾਦ ਹੋਇਆ। ਉਸ ਤੋਂ ਬਾਅਦ ਜਿਹੜੇ ਇੱਥੋਂ ਦੇ ਸੱਤਾਧਾਰੀ ਸੀ, ਉਹਨਾਂ ਨੇ ਕਾਰਪੋਰੇਟਾਂ ਦੇ ਹੱਕ 'ਚ ਇਹ ਸਾਰੇ ਕਾਨੂੰਨ ਬਣਾਏ। ਉਹ ਚਾਹੇ ਪਿਛਲੇ ਲੰਮੇ ਸਮੇਂ ਤੋਂ ਰਾਜਕਰਤਾ ਕਾਂਗਰਸ ਸਰਕਾਰ ਦੇ ਵੇਲੇ ਦੇ ਇਹ ਕਾਨੂੰਨ ਬਣੇ, ਤਾਂ ਉਹਨੂੰ ਮੋਦੀ ਸਰਕਾਰ ਨੇ ਲਾਗੂ ਕੀਤਾ। ਤਾਂ ਜਦੋਂ ਇੱਕ ਜਮਾਤ ਦੇ ਹੱਕ 'ਚ ਸ਼ਾਸਨ ਖੜਦਾ ਹੈ ਤੇ ਦੂਸਰੀ ਜਮਾਤ ਨੂੰ ਕੁਚਲਦਾ ਹੈ, ਤਾਂ ਉਦੋਂ ਇਹ ਸੁਭਾਵ ਨਹੀਂ ਨੇ, ਇਹ ਮਤਲਬ ਇਹ ਚੀਜ਼ਾਂ ਹੋਣੀਆਂ ਨੇ। ਤਾਂ ਬੱਚਿਆਂ ਦੇ ਮਤਲਬ ਕਤਲ ਵੀ ਹੁੰਦੇ ਨੇ, ਬਜ਼ੁਰਗਾਂ ਦੇ ਵੀ ਹੁੰਦੇ ਨੇ, ਨੌਜਵਾਨਾਂ ਦੇ ਵੀ ਹੁੰਦੇ ਨੇ। ਇਹ ਤਸ਼ੱਦਦ ਹੁੰਦਾ ਹੈ, ਇਹ ਪਹਿਲਾਂ ਵੀ ਹੋਇਆ ਤਾਂ ਹੁਣ ਵੀ ਹੋਇਆ, ਤਬਦੀਲੀ ਪਹਿਲਾਂ ਵੀ ਆਈ ਹੈ ਤੇ ਹੁਣ ਵੀ ਆਈ ਹੈ। ਇਹ ਜਿਹੜਾ ਮੋਦੀ ਰਾਜ ਹੈ, ਇਹ ਮਤਲਬ ਇਹਦਾ ਅੰਤ ਹੋ ਚੁੱਕਿਆ ਹੈ, ਇਹਦਾ ਖਾਤਮਾ ਹੋਣਾ। ਇਹਦੇ ਨਾਲ ਜਿਹੜੇ ਕਾਰਪੋਰੇਟ ਘਰਾਣੇ ਨੇ, ਉਹਨਾਂ ਦਾ ਵੀ ਬੋਰੀ ਬਿਸਤਰਾ ਜਿਹੜਾ ਲਪੇਟਣਾ ਹੈ। ਇਹਦੇ ਨਾਲ ਲੋਕਾਂ ਦਾ, ਕਿਰਤੀ ਲੋਕਾਂ ਦਾ, ਕਿਸਾਨਾਂ ਦਾ, ਜਿਹੜੇ ਜ਼ਮੀਨ 'ਚੋਂ ਪੈਦਾ ਕਰਨ ਵਾਲੇ ਲੋਕ ਨੇ, ਜਿਹੜੇ ਹੱਥ 'ਚੋਂ ਚੀਜ਼ਾਂ ਨੂੰ ਪੈਦਾ ਕਰਨ ਵਾਲੇ ਲੋਕ ਨੇ, ਉਹਨਾਂ ਦਾ ਆਉਣ ਵਾਲੇ ਸਮੇਂ ਦੇ ਉੱਤੇ ਸੱਤਾ ਦੇ ਉੱਤੇ ਮਿਲ ਕੇ ਰਾਜ ਹੋਣਾ ਹੈ। ਇਹ ਹੁੰਦਾ। ਪਰ ਇੱਕ ਗੱਲ ਹੈ ਨਾ ਗੁਰਜੰਟ ਜੀ, ਜਿਹਨਾਂ ਦਾ ਘਰ 'ਚੋਂ ਜੀ ਵਿਛੜ ਗਿਆ, ਜਿਨ੍ਹਾਂ ਦੇ ਘਰ 'ਚੋਂ ਕੋਈ ਮਤਲਬ ਘਰ ਦਾ ਜੀ ਵਿਛੜ ਗਿਆ, ਤੇ ਉਹਨਾਂ ਦਾ ਤਾਂ ਜੀ ਨਹੀਂ ਨਾ ਵਾਪਸ ਆ ਸਕਦਾ। ਉਹ ਮਤਲਬ ਇੱਕ ਆ ਸਕਦੇ ਆ। ਤੁਸੀਂ ਦੱਸਿਆ ਕਿ ਇਤਿਹਾਸਕ ਤੌਰ ਤੇ ਇੱਕ ਆਪਾਂ ਦੇਖਦੇ ਹਾਂ ਕਿ ਇਹ ਚੀਜ਼ ਹੁੰਦੀ ਆਈ ਹੈ, ਪਰ ਅੱਜ ਹਕੂਮਤਾਂ ਕਿਉਂ ਨਹੀਂ ਸੋਚ ਰਹੀਆਂ? ਕੀ ਲੱਗਦਾ ਕੀ ਹੈ? ਜਿੱਦਾਂ ਸੁੱਖੀ ਦੱਸ ਰਿਹਾ ਸੀ, ਉਹਦੀ ਮਾਂ ਉਹਦਾ ਸਵਾਟਰ ਗੱਲ ਨਾਲ ਲਾ ਕੇ ਬੈਠੀ ਹੈ, ਕਿੰਨੀ ਉਹ ਜਜ਼ਬਾਤੀ ਕਰਨ ਵਾਲੀ ਗੱਲ ਹੈ। ਇਹਨਾਂ ਨੂੰ ਜਦੋਂ ਤਸਵੀਰਾਂ ਨੂੰ ਤੁਸੀਂ ਦੇਖਦੇ ਹੋ ਤਾਂ ਦਿਲ ਦੇ ਉੱਤੇ ਕੀ ਬੀਤਦੀ ਹੈ? ਦੇਖੋ, ਦਿਲ ਦੇ ਉੱਪਰ ਇਹ ਚੀਜ਼ਾਂ ਦਾ ਜਦੋਂ ਅਸੀਂ ਇਹਨਾਂ ਨੂੰ ਸੋਚਦੇ ਹਾਂ, ਜਦੋਂ ਅਸੀਂ ਇਹਨਾਂ ਨੂੰ ਅਖਬਾਰਾਂ 'ਚ ਪੜ੍ਹਦੇ ਹਾਂ, ਜਦੋਂ ਅਸੀਂ ਇਹਨਾਂ ਨੂੰ ਟੀਵੀਆਂ 'ਤੇ ਦੇਖਦੇ ਹਾਂ, ਜਦੋਂ ਅਸੀਂ ਦੇਖਦੇ ਹਾਂ, ਤਾਂ ਸਾਡਾ ਗਲ ਭਰਦਾ ਹੈ, ਸਾਡੇ ਅੱਖਾਂ 'ਚੋਂ ਪਾਣੀ ਆਉਂਦਾ ਹੈ। ਉਹ ਕੋਈ ਮੇਰੇ ਇਕੱਲੇ ਦੇ ਨਹੀਂ ਆਉਂਦਾ, ਨਾ ਮੇਰੇ ਬਾਪ ਦੇ ਆਉਂਦਾ, ਨਾ ਮੇਰੇ ਬੇਟੇ ਦੇ ਆਉਂਦਾ, ਪੂਰੀ ਦੁਨੀਆ ਦੇ ਆ ਰਿਹਾ, ਹਰ ਬੰਦਾ ਰੋ ਰਿਹਾ ਹੈ। ਪਰ ਇਹ ਹੁਣ ਅਸੀਂ ਕਰ ਵੀ ਕੀ ਸਕਦੇ ਹਾਂ? ਅਸੀਂ ਲੋਕ ਸੰਘਰਸ਼ ਕਰਦੇ ਹਾਂ, ਅਸੀਂ ਪੀਸਫੁੱਲੀ ਕਰ ਰਹੇ ਹਾਂ, ਮਤਲਬ ਸ਼ਾਂਤਮਈ ਨਾਲ ਬੈਠੇ ਹਾਂ। ਪਰ ਹੁਣ ਜਿਹੜੀਆਂ ਜ਼ਾਲਮ ਸਰਕਾਰਾਂ ਨੇ, ਉਹ ਸਾਡੇ ਤੇ ਇਸ ਤਰੀਕੇ ਦੇ ਤਸ਼ੱਦਦ ਕਰ ਰਹੀਆਂ ਨੇ, ਉਹ ਸਾਨੂੰ ਮਾਰ ਰਹੀਆਂ ਨੇ। ਤਾਂ ਉਹਨਾਂ ਦੇ ਜਿਹੜੇ ਮਾਂ ਪਿਓ ਨੇ, ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਭੁਗਤਣੀਆਂ ਪੈ ਰਹੀਆਂ ਨੇ। ਇਹ ਜਿੱਥੇ ਅਸੀਂ ਸਿੱਧੇ ਮਤਲਬ ਸਾਡੇ ਨੌਜਵਾਨਾਂ ਨੂੰ ਸ਼ੂਟ ਕੀਤਾ ਜਾ ਰਿਹਾ ਹੈ, ਸਿੱਧੇ ਨੌਜਵਾਨਾਂ ਦੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ, ਸਿੱਧੇ ਲੋਕਾਂ ਨੂੰ ਮਾਰਿਆ ਜਾਂਦਾ, ਉਹਦੀ ਵਜ੍ਹਾ ਨਾਲ ਅਸੀਂ ਕਹਿੰਦੇ ਵੀ ਅਸੀਂ 200 ਦੇ ਕਰੀਬ 200 ਤੋਂ ਲਮਸਮ ਉੱਪਰ ਮਤਲਬ ਜਿਹੜੇ ਲੋਕ ਨੇ ਸਾਡੇ ਮਤਲਬ ਜਿਹੜੇ ਉੱਥੇ ਸ਼ਹੀਦ ਹੋ ਗਏ, ਚਾਹੇ ਉਹ ਹਾਰਟ ਅਟੈਕ ਨਾਲ ਹੋ ਗਏ, ਚਾਹੇ ਕਿ ਉਹ ਵਜ੍ਹਾ ਨਾਲ ਹੋ ਗਏ ਉਹਦੇ ਨਾਲ। ਪਰ ਇਹਨਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਅੱਜ 2.5 ਲੱਖ ਕਿਸਾਨ ਇਕੱਲੇ ਪੰਜਾਬ ਦੇ ਵਿੱਚੋਂ ਮਤਲਬ ਖੁਦਕੁਸ਼ੀ ਕਰ ਗਿਆ, ਤੇ ਘੱਟੋ ਘੱਟ 1.5 ਲੱਖ ਮਜ਼ਦੂਰ ਹੈ ਜਿਹੜਾ ਖੁਦਕੁਸ਼ੀ ਕਰ ਗਿਆ। ਪੂਰੇ ਦੇਸ਼ ਦਾ ਜਦੋਂ ਅਸੀਂ ਅੰਕੜਾ ਕਰਦੇ ਹਾਂ, ਹਰ 7 ਮਿੰਟਾਂ ਬਾਅਦ ਸਾਡੇ ਦੇਸ਼ ਦੇ ਵਿੱਚ ਇੱਕ ਖੁਦਕੁਸ਼ੀ ਹੋ ਰਹੀ ਹੈ ਇਹਨਾਂ ਗਲਤ ਨੀਤੀਆਂ ਦੇ ਕਾਰਨ। ਅਸੀਂ ਜਦੋਂ ਦੇਖਦੇ ਹਾਂ ਵੀ ਜਦੋਂ ਦਾ ਮੋਦੀ ਆਇਆ, ਪਹਿਲਾਂ ਕਾਂਗਰਸ ਦਾ ਰਾਜ ਰਿਹਾ, ਉਹਨਾਂ ਦੀਆਂ ਨੀਤੀਆਂ ਦੇ ਨਾਲ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ, ਉਹਨਾਂ ਦੇ ਨੀਤੀਆਂ ਦੇ ਨਾਲ ਮਤਲਬ ਕਿਸਾਨਾਂ ਨੇ ਖੁਦਕੁਸ਼ੀ ਕੀਤੀਆਂ। ਅੱਜ ਜਦੋਂ ਦਾ ਮੋਦੀ ਸਰਕਾਰ ਆਇਆ ਹੈ, ਜਦੋਂ ਇਹਨੇ ਪੂਰਾ ਦੇਸ਼ ਨੂੰ ਵੇਚਣਾ ਹੋ ਰਿਹਾ, ਜਿਹੜੀ ਪੜ੍ਹੀ ਲਿਖੀ ਜਮਾਤ ਜਿਹਨੂੰ ਅਸੀਂ ਸਮਝਦੇ ਹਾਂ, ਜਿਹੜੇ ਸਾਡੇ ਉੱਤੇ ਕਹਾਵਤਾਂ ਵੀ ਬਣੀਆਂ ਨੇ ਵੀ ਪਹਿਲਾਂ ਅਕਲ ਬਾਣੀਏ ਨੂੰ, ਬਾਣੀਏ ਦਾ ਮਤਲਬ ਬਣਜ ਕਰਨ ਵਾਲੇ ਨੂੰ, ਦੂਜੀ ਅਕਲ ਪਹਿਲਾਂ ਅਕਲ ਬਾਣੀਏ ਨੂੰ, ਸਿਰ ਪਈ ਤੋਂ ਜਾਣੇ ਜੱਟ, ਮਜ਼ਦੂਰ ਲੈਂਦਾ ਉਮਰ ਗਵਾਏ ਨੂੰ ਕਦੇ ਨਾ ਆਉਂਦੀ ਮੱਤ। ਇਹੋ ਜਿਹੇ ਕਹਾਵਤਾਂ ਸਾਡੇ ਤੇ ਬਣੀਆਂ ਨੇ ਵੀ ਜਿਹੜੇ ਇਹ ਬਾਣੀਏ ਨੇ, ਇਹਨਾਂ ਨੂੰ ਪਹਿਲਾਂ ਹੀ ਗਿਆਨ ਹੁੰਦਾ, ਇਹਨਾਂ ਨੂੰ ਸਾਰੀਆਂ ਚੀਜ਼ਾਂ ਦਾ ਪਹਿਲਾਂ ਪਤਾ ਹੁੰਦਾ, ਇਹ ਬੜੇ ਸਮਝਦਾਰ ਹੁੰਦੇ ਨੇ, ਇਹ ਨਸ਼ਾ ਨਹੀਂ ਕਰਦੇ, ਦਾਰੂ ਨਹੀਂ ਪੀਂਦੇ, ਖਰਚ ਨਹੀਂ ਫਜ਼ੂਲ ਕਰਦੇ। ਪਰ ਜਦੋਂ ਦਾ ਮੋਦੀ ਆਈ ਹੈ,
ਮੋਦੀ ਸਰਕਾਰ ਬਣੀ ਆ, ਉਦੋਂ ਤਾਂ ਤੁਸੀਂ ਦੇਖੋਗੇ ਵੀ ਅਸੀਂ ਨਿਊਜ਼ ਦੇ ਵਿੱਚ ਪੜ੍ਹਦੇ ਹਾਂ ਵੀ ਵਪਾਰੀ ਜਿਹੜੇ ਪੂਰੇ ਦਾ ਪੂਰਾ ਪਰਿਵਾਰ ਲੈ ਕੇ ਕਦੇ ਕਿਸੇ ਨੇ ਨਹਿਰ ਦੇ ਵਿੱਚ ਕਾਰ ਸਿੱਟ ਦਿੱਤੀ ਹੈ, ਕਦੇ ਆਪਦੇ ਬੱਚਿਆਂ ਦੇ ਸਿਰਾਂ 'ਚ ਗੋਲੀਆਂ ਮਾਰ ਦਿੱਤੀਆਂ ਨੇ, ਪੂਰੇ ਦਾ ਪੂਰਾ ਟੱਬਰ ਮਾਰ ਦਿੱਤਾ ਹੈ। ਮਤਲਬ ਇਹੋ ਜਿਹੀਆਂ ਘਟਨਾਵਾਂ ਆਮ ਵਾਪਰਦੀਆਂ ਨੇ। ਹੁਣ ਜਦੋਂ ਇਹਨਾਂ ਦੀਆਂ ਨੀਤੀਆਂ ਦੇ ਨਾਲ ਸਾਡੇ ਲੱਖਾਂ ਲੋਕ ਮਰ ਰਹੇ ਨੇ, ਤਾਂ ਫਿਰ ਲੜਾਈ 'ਚ ਜੇ ਸਾਡੇ ਸੈਂਕੜੇ ਲੋਕ ਅਸੀਂ ਕੁਰਬਾਨੀ ਦੇਵਾਂਗੇ ਫਿਰ ਉਹ ਸਾਨੂੰ ਮਹਿੰਗੀ ਨਹੀਂ ਪੈਂਦੀ। ਇਸੇ ਕਰਕੇ ਭਗਤ ਸਿੰਘ ਨੇ ਫਾਂਸੀ ਦੇ ਤਖਤੇ ਤੇ ਚੁੰਮ ਕੇ ਗਲ 'ਚ ਰੱਸਾ ਪਾਇਆ ਸੀ ਵੀ ਜੇ ਮੇਰਾ ਪੂਰਾ ਹਿੰਦੁਸਤਾਨ ਆਜ਼ਾਦ ਹੁੰਦਾ ਹੈ ਤਾਂ ਮੇਰੀ ਮੌਤ ਉਹਦੇ ਲਈ ਕੋਈ ਬਾਲੀ ਵੱਡੀ ਗੱਲ ਨਹੀਂ। ਭਗਤ ਸਿੰਘ ਮਰਨਾ ਨਹੀਂ ਚਾਹੁੰਦਾ ਸੀ। ਇਸ ਲਈ ਸਾਡੀਆਂ ਜੋ ਵੀ ਸ਼ਹਾਦਤਾਂ ਹੋਣਗੀਆਂ, ਸਾਡੀਆਂ ਸੈਂਕੜਿਆਂ 'ਚ ਹੋਣ, ਸਾਡੀਆਂ ਹਜ਼ਾਰਾਂ 'ਚ ਹੋਣ, ਪਰ ਇਹਨਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਜਿਹੜਾ ਪੂਰਾ ਸਾਡੇ ਦੇਸ਼ ਦੇ ਲੋਕ ਭੁੱਖੇ ਮਰ ਰਹੇ ਨੇ, ਆਤਮ ਹੱਤਿਆ ਕਰ ਰਹੇ ਨੇ, ਜੇ ਉਹਨਾਂ ਆਤਮ ਹੱਤਿਆਵਾਂ ਤੋਂ, ਉਹਨਾਂ ਭੁੱਖਮਰੀ ਤੋਂ ਸਾਡੇ ਦੇਸ਼ ਦੇ ਲੋਕਾਂ ਦਾ ਪੈਂਡਾ ਛੁੱਟ ਜਾਂਦਾ ਹੈ ਤਾਂ ਉਹਦੇ ਲਈ ਅਸੀਂ ਇਕੱਲਾ ਕੀ ਸੀ, ਪੂਰੇ ਦੇ ਪੂਰੇ ਟੱਬਰ ਵੀ ਕੁਰਬਾਨ ਕਰਕੇ ਅਸੀਂ ਨਾਰਾਜ਼ ਨਹੀਂ ਹੋਵਾਂਗੇ, ਅਸੀਂ ਖੁਸ਼ੀ ਕੁਰਬਾਨੀ ਦੇ ਦਾਂਗੇ। ਸੋ ਬਿਲਕੁਲ ਇੱਕ ਪਾਸੇ ਮੈਂ ਤੁਹਾਨੂੰ ਜਿਹੜਾ ਅਸਲ ਕਿਸਾਨ ਹੈ ਉਹਦੇ ਵੀ ਦਰਸ਼ਨ ਕਰਾਉਣਾ ਚਾਹੁੰਦਾ ਕਿ ਇੱਕ ਵਾਰੀ ਮੈਂ ਕਹਿੰਦਾ ਕਿ ਬਾਪੂ ਜੀ ਦੇ ਸਿਰ ਤੇ ਬੰਨੀ ਪੱਗ ਤੋਂ ਲੈ ਕੇ ਪੂਰੇ ਪਜਾਮੇ ਤੇ ਬੂਟਾ ਤੱਕ ਇੱਕ ਵਾਰੀ ਜੇ ਤੁਸੀਂ ਦੇਖੋ ਕੈਮਰੇ ਦੀ ਨਜ਼ਰ ਨਾਲ ਤੇ ਤੁਹਾਨੂੰ ਨਜ਼ਰ ਆਏਗਾ ਕਿ ਅਸਲ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਅਸਲ ਦੇ ਵਿੱਚ ਇਹ ਕਿਸਾਨ ਹੈ ਜਿਹਨੂੰ ਬਣਾ ਦਿੱਤਾ ਜਾਂਦਾ ਹੈ ਕਿ ਨਾ ਤਾਂ ਇਸ ਨੂੰ ਕੋਈ ਵੱਡਾ ਰਾਜ ਚਾਹੀਦਾ ਹੈ, ਨਾ ਇਸ ਨੂੰ ਕੋਈ ਵੱਡੀਆਂ ਕੋਈ ਪੈਸਾ ਚਾਹੀਦਾ, ਕੋਈ ਮੁਨਾਫਾ ਚਾਹੀਦਾ, ਇਹਨੂੰ ਸਿਰਫ ਆਪਣਾ ਹੱਕ ਚਾਹੀਦਾ ਹੈ। ਗੱਲਬਾਤ ਕਰਦੇ ਹਾਂ ਤੁਹਾਡੇ ਨਾਲ, ਕੀ ਲੱਗਦਾ ਕੀ ਹੈ ਜੀ, ਅਸੀਂ ਅਸਲ ਦੇ ਵਿੱਚ ਦੇਖਦੇ ਹਾਂ ਕਿਸਾਨ ਹੁੰਦਾ ਹੀ ਐਵੇਂ ਦਾ, ਮਿੱਟੀ ਨਾਲ ਮਿੱਟੀ ਹੁੰਦਾ ਹੈ। ਕੀ ਜਜ਼ਬਾਤ ਕੀ ਨੇ ਉਹੋ ਜਿਹੇ, ਜਿਹੜੇ ਜਜ਼ਬਾਤ ਦੱਸੋ ਕਿ ਖੇਤੀ ਕਿੰਨੇ ਕੁ ਘਾਟੇ ਦਾ ਪੈ ਗਿਆ ਹੁਣ ਵੀ ਜਿਹੜਾ ਦਿੱਲੀ ਜਾ ਕੇ ਬੈਠਣਾ ਪੈ ਗਿਆ। ਹੱਕ ਕਿੱਥੇ ਮਿਲਦੇ ਜੀ? 2 ਰੁਪਏ ਕਿਲੋ ਗੋਭੀ ਵੇਚਦੇ ਆ, ਖਰੀਦਦੇ ਸਰਕਾਰ ਨੂੰ, ਕਰੇ ਕਾਨੂੰਨਾਂ 'ਚ ਵੀ 50 ਰੁਪਏ ਕਿਲੋ ਲਊ। ਮੈਂ ਲੋਹਾ ਹੁਣੀ ਆਇਆ ਖੇਤੋਂ, ਉਹ ਖੜਾ ਮੇਰਾ ਟਰੈਕਟਰ ਵੀ, ਤੇ ਲੈਂਦੀ 2 ਰੁਪਏ ਕਿਲੋ ਵੇਚਦਾ ਫੜਕ ਤੇ। ਦੁਖੀ ਆ, 2.5 ਕਿੱਲੇ ਵਾਹਣ ਆ ਮੇਰੇ ਕੋਲੇ। ਹੁਣ ਪ੍ਰਧਾਨ ਜੀ ਕਹਿੰਦੇ ਪੱਠਾ ਚਲਾਇਆ, 2 ਕਿੱਲੇ ਵਾਹਣ ਵੇਚ ਕੇ ਚਲਾਏ। ਹੁਣ ਵਾਹਣ ਵੇਚ ਕੇ ਕੋਈ ਕੰਮ ਕਰਾਂਗੇ, ਕੀ ਕਰਾਂਗੇ? ਬਹੁਤ ਬੁਰਾ ਹਾਲ ਹੈ ਜੀ। ਇਹ ਤਿੰਨੇ ਕਾਨੂੰਨ ਹੈ ਬਹੁਤ ਮਾੜੇ ਨੇ, ਮੋਦੀ ਸਰਕਾਰ ਨੂੰ ਸਮਝਣਾ ਚਾਹੀਦਾ। ਪਹਿਲਾਂ ਸਟਾਰਟਿੰਗ 'ਤੇ ਦਿੱਲੀ ਵੀ ਗਏ ਸੀਗੇ, ਹੁਣ ਸਾਰਾ ਦਿਨ ਤਾਂ ਦਿੱਲੀ ਵੀ ਨਹੀਂ ਬੈਠਿਆ ਜਾਂਦਾ, ਕੰਮ ਵੀ ਕਰਨੇ। ਸਟਾਰਟਿੰਗ 'ਤੇ ਗਏ ਆ, ਬਾਰਡਰ ਵੀ ਤੋੜਿਆ, ਸਾਰਾ ਕੁਝ ਕਰੇ। ਹੁਣ ਜੇ ਨਾ ਮੋਦੀ ਸਮਝੂ ਫਿਰ ਵੀ ਜਾਵਾਂਗੇ, ਫਿਰ ਛੱਡ ਕੇ ਜਾਵਾਂ ਵਾਹਣ ਵਾਹ ਕੇ ਵੀ ਚੱਲ ਮੋਦੀ ਆ ਜਾ। ਇਹ ਸਰਕਾਰ ਦੀਆਂ ਗਲਤ ਨੀਤੀਆਂ। ਲੱਗਦਾ ਕਿ ਜਿਸ ਤਰੀਕੇ ਨਾਲ ਲੀਡਰ ਉੱਥੇ ਬੈਠੇ ਨੇ, ਪ੍ਰਧਾਨ ਸਾਹਿਬ ਉੱਥੇ ਬੈਠੇ ਨੇ, ਹੋਰ ਵੀ ਬਹੁਤ ਸਾਰੇ ਲੀਡਰ ਨੇ, 452 ਦੇ ਕਰੀਬ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਬਣਾਇਆ ਹੋਇਆ, ਕਿੰਨਾ ਕੁ ਭਰੋਸਾ ਕਿ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਕਿ ਜੇ ਸੰਘਰਸ਼ ਲੰਮਾ ਚੱਲਦਾ ਜਾਂ ਹੁਣ ਤੱਕ ਸੰਘਰਸ਼ ਨੂੰ ਇੱਥੇ ਤੱਕ ਲੈ ਕੇ ਆਏ ਨੇ ਕਿ ਸੰਘਰਸ਼ ਨੂੰ ਇਹ ਪਾਰ ਵੀ ਲਾਉਣਗੇ, ਕਿੰਨਾ ਕੁ ਤੁਹਾਨੂੰ ਇਹਨਾਂ ਦੇ ਉੱਤੇ ਯਕੀਨ ਹੈ? ਜੇ ਕੰਮ ਅੜਦਾ ਦਿਖਿਆ ਜੀ ਫਿਰ ਜਾਵਾਂਗੇ ਅਸੀਂ ਆਪ ਵੀ ਸੇ ਬਾਣ ਵਾਹ ਕੇ, ਕੋਈ ਦਿੱਕਤ ਨਹੀਂ, 10 ਸਾਲ ਚੱਲੀ ਜਾਵੇ, ਕੋਈ ਪਿੱਛੇ ਨਹੀਂ ਹਟਦਾ। ਸਾਨੂੰ ਜਾਨਾਂ ਦੇਣੀਆਂ ਪਈਆਂ, ਜਾਨ ਵੀ ਦੇਵਾਂਗੇ। ਹੋਰ ਦੱਸੋ, ਇਹ ਤੋਂ ਬਾਅਦ ਕੁਝ ਕਹਿ ਨਹੀਂ ਸਕਦੇ, ਜਾਣ ਤੋਂ ਬਾਅਦ ਕੋਈ ਚੀਜ਼ ਨਹੀਂ ਹੁੰਦੀ। ਕਿੰਨੇ ਕੁ ਸਾਲ ਹੋ ਗਏ ਕਿ ਇਹੋ ਜਿਹੇ ਭੱਠ ਝੋਕਦਿਆਂ ਨੂੰ, ਗਰੀਬੀ ਦੇ ਵਿੱਚ, ਗੁਰਬਤ ਦੇ ਵਿੱਚ ਜ਼ਿੰਦਗੀ ਕੱਟਦਿਆਂ ਨੂੰ, ਕਿ ਆਖਰ ਅੱਜ ਇੰਨਾ ਜ਼ਿਆਦਾ ਰੋਣਾ ਪੈ ਗਿਆ ਸਰਕਾਰ ਅੱਗੇ, ਜਾਂ ਇੰਨੀ ਜ਼ਿਆਦਾ ਆਪਣੀ ਗੱਲ ਮਨਾਉਣ ਵਾਸਤੇ ਬਰੂਹਾਂ ਦੇ ਉੱਤੇ, ਸੜਕਾਂ ਦੇ ਉੱਤੇ, ਟੋਲ ਪਲਾਜ਼ਿਆਂ ਦੇ ਉੱਤੇ, ਰੇਲ ਪਟੜੀਆਂ ਦੇ ਉੱਤੇ ਬੈਠਣ ਲਈ ਮਜਬੂਰ ਹੋਣਾ ਪੈ ਗਿਆ? ਅਸੀਂ ਤਾਂ 40 ਸਾਲ ਦੀ ਤੰਗ ਆ। ਜੋ ਸਾਡਾ ਚਾਚਾ ਜੀ ਜੇਲ੍ਹ ਕੱਟ ਗਿਆ ਸੀ ਆਪਣੇ ਐਂਡੋਸੈਂਟ ਦਵਾਈ ਪਿੱਛੇ, ਉਹ ਹੁੰਦੇ ਲੜਦੇ ਤੁਰੇ ਆਉਂਦੇ ਆਂਗੇ। ਬਹੁਤ ਦੁਖੀਆਂ ਸਾਰੀਆਂ ਸਰਕਾਰਾਂ ਤੋਂ। ਹੁਣ ਮੰਨਦਾ ਤਾਂ ਕੋਈ ਨਹੀਂ, ਜਦੋਂ ਅਗਲੇ ਦੇ ਘਰ ਨੂੰ ਅੱਗ ਲੱਗਦੀ ਉਦੋਂ ਚੱਲਦਾ। ਜੇ ਆਪਾਂ ਕਹੀਏ ਆ ਜਾ ਗੱਲ ਤੈਨੂੰ ਸਮਝਾਉਂਦੇ ਆ, ਉਹ ਕੋਈ ਤਾਂ ਐਵੇਂ ਤੁਰੇ ਫਿਰਦੇ ਚਾਰ। ਜਦੋਂ ਅਗਲੇ ਦੇ ਘਰ ਨੂੰ ਅੱਗ ਲੱਗਦੀ ਹੈ ਫਿਰ ਪਤਾ ਲੱਗਦਾ ਵੀ ਯਾਰ ਹੁਣ ਤਾਂ ਬਹੁਤ ਮਾੜਾ ਕੰਮ ਹੋ ਗਿਆ, ਮੇਰੇ ਘਰ ਨੂੰ ਅੱਗ ਆ ਗਈ, ਫਿਰ ਉੱਠ ਕੇ ਚੱਲਦਾ। ਜਦੋਂ ਕਿਸਾਨਾਂ ਨੂੰ ਕਿਸਾਨ ਹੀ ਨਹੀਂ ਮੰਨਿਆ ਜਾਂਦਾ ਉਦੋਂ ਦਿਲ ਤੇ ਕੀ ਬੀਤਦੀ ਹੈ? ਉਹ ਬਹੁਤ ਬੁਰੀ ਬੀਤਦੀ ਹੈ ਵੀ ਉਹੀ ਕਹਿੰਦੇ ਨੇ ਇਹ ਤਾਂ ਵੀ ਉਗਰਵਾਦੀ ਹੈ, ਫਲਾਨਾ ਹੈ। ਉਹਨੂੰ ਅਕਲ ਨਹੀਂ ਆਉਂਦੀ ਵੀ ਕਿਸਾਨ ਤੋਂ ਬਿਨਾਂ ਉਗਰਵਾਦੀ ਕਿੱਥੋਂ ਆਈ, ਕਿੰਨੇ ਕੁ ਉਗਰਵਾਦੀ ਹੈ? 10 ਹੋਣਗੇ, 20 ਹੋਣਗੇ, ਹੁਣ ਲੱਖਾਂ 'ਚ ਉਗਰਵਾਦੀ ਥੋੜ੍ਹੇ ਬਣ ਜੂਗਾ। ਕਹਿੰਦੇ ਨੇ ਉਗਰਵਾਦੀ ਹੈ, ਬਹੁਤ ਵਾਦੀ ਹੈ, ਐਵੇਂ ਬਕਵਾਸ ਮਾਰੀ ਜਾਂਦੇ ਨੇ। ਉਹ ਜਿਹੜਾ ਬਕਵਾਸ ਮਾਰਦਾ ਮੇਰੇ ਸਾਹਮਣੇ ਲਿਆਓ ਉਹਨੂੰ, ਮੇਰੇ ਖੇਤ 'ਚ ਕੰਮ ਕਰੇ, ਮੇਰੇ ਨਾਲ ਪਤਾ ਲੱਗ ਜੂ ਉਗਰਵਾਦੀ ਕਿੰਨੇ ਕੁ ਨੇ। ਕੰਮ ਨਹੀਂ ਕਰਨਾ, ਇਕੱਲਾ ਵੀਡੀਓ ਮੂਹਰੇ ਖੜ੍ਹ ਕੇ ਕਹਿੰਦਾ ਉਗਰਵਾਦੀ ਹੈ ਜੀ, ਫਲਾਨਾ ਉਹ ਫਲਾਨਾ ਹੈ। ਕਦੇ ਕੰਮ ਕਰਕੇ ਦੇਖੋ ਨਾ ਜ਼ਿੰਦਗੀ 'ਚ, ਖੇਤ ਗਿਆ ਕਦੇ ਰਾਤ ਨੂੰ ਉੱਠ ਕੇ ਪਾਣੀ ਲੈ, ਜਾਂ 18 ਇੰਚ ਮੋਗੇ ਦਾ ਇਕੱਲਾ ਨੱਕਾ ਬੰਦ ਕਰ ਦੂਗਾ? ਨਹੀਂ ਕਰ ਸਕਦਾ, ਇਕੱਲਾ ਬਕਵਾਸ ਮਾਰਦੇ। ਸਾਰੇ ਕਿਸਾਨ ਵੀਰ ਸਾਡੇ ਉੱਤੇ, ਜੇ ਲੋੜ ਪਈ ਅਸੀਂ ਵੀ ਜਾਵਾਂਗੇ, ਜਦੋਂ ਜਾਂਦੇ ਹਾਂ, ਜਦੋਂ ਸੱਦਾ ਦਿੰਦੇ ਨੇ। ਕੋਈ ਗੱਲ ਨਹੀਂ, ਚਾਹੇ 10 ਸਾਲ ਹੌਸਲਾ ਬੁਲੰਦ ਹੈ ਪੂਰਾ। ਮੈਂ ਕਿਹਾ ਗਿਆਨ ਵੀ ਦੇ ਦਾਂਗੇ, ਬੁਲੰਦ ਕੀ ਹੈ ਜੀ, ਸਾਡੇ ਪਿੱਛੇ ਦੇਸ਼ ਨੂੰ ਭਲਾ ਹੁੰਦਾ। ਹੁਣ ਫਾਂਸੀ ਚੜ੍ਹ ਜਾਵਾਂਗੇ, ਕੋਈ ਪਿੱਛੇ ਨਹੀਂ ਹਟਾਂਗੇ। ਚਾਹੇ 10 ਮਹੀਨੇ ਚੱਲੇ, ਸਾਲ ਚੱਲੇ, 10 ਸਾਲ ਚੱਲੇ, ਕੋਈ ਦਿੱਕਤ ਨਹੀਂ। ਬਿਲਕੁਲ ਪ੍ਰਧਾਨ ਜੀ ਨਾਲ ਮੁੜ ਦੁਬਾਰਾ ਗੱਲਬਾਤ ਕਰਦੇ ਹਾਂ। ਪ੍ਰਧਾਨ ਜੀ,
ਤੁਹਾਡੇ ਝੁੰਗੇ 'ਚ ਵੀ ਆਏ ਸੀ, ਉੱਥੋਂ ਵੀ ਜਿਹੜੇ ਅਸਲ ਹਾਲਾਤ ਸੀਗੇ ਤੁਹਾਡੇ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਹੋਟਲਾਂ ਦੇ ਵਿੱਚ ਮਹਿੰਗੇ ਜਗ੍ਹਾ ਦੇ ਵਿੱਚ ਕਿਸਾਨ ਰਹਿੰਦੇ ਨੇ, ਮਹਿੰਗੇ ਕਮਰਿਆਂ ਦੇ ਵਿੱਚ ਰਹਿੰਦੇ ਨੇ, ਉੱਥੇ ਸੌਂਦੇ ਹੋਣਗੇ। ਘਰ ਤਾਂ ਮੈਂ ਦੇਖਿਆ ਤੁਹਾਡਾ ਵਧੀਆ ਹੈਗਾ, ਤੇ ਮਜਬੂਰ ਕੀ ਹੋਣਾ ਪੈ ਗਿਆ ਇਸ ਲੀਡਰੀ ਦੇ ਵਿੱਚ ਕਿ ਉੱਥੇ ਜਾ ਕੇ ਸੜਕਾਂ ਤੇ ਸੌਣ ਲਈ ਮਜਬੂਰ ਹੋਣਾ ਪਿਆ? ਹਾਂ ਵੀ ਜਿਹੜੇ ਅਸੀਂ ਇਸ ਰਸਤੇ ਪਏ ਵੀ ਮਤਲਬ ਸੰਘਰਸ਼ਾਂ ਦੇ, ਸਾਡੇ ਬਾਪੂ ਜੀ ਹੋਰੀ 5 ਭਾਈ ਸੀਗੇ। ਸਾਨੂੰ ਪਿੰਡ ਦਾ ਸਾਡਾ ਮਗਲਾ ਨੰਗਲ ਹੈਗਾ, ਵੱਡਾ ਨੰਗਲ ਹੈਗਾ, ਇੱਥੇ ਬਾਪੂ ਜੀ ਨੂੰ ਜ਼ਮੀਨ ਮਿਲੀ ਸੀ 80 ਕਿੱਲੇ ਨਾਨਕੇ ਘਰ ਢੇਰੀ। ਉਹ ਸਾਡੇ ਬਾਪੂ ਜੀ ਹੋਰੀ ਕੰਮ ਦੇ ਲਾਲਚੀ ਸੀ, ਸਾਨੂੰ ਕਿਸੇ ਨੂੰ ਪੜ੍ਹਾਇਆ ਨਹੀਂ, ਕਿਸੇ ਨੇ ਲੀਡਰੀ ਨਹੀਂ ਕਰੀ। ਇਹ ਫਿਰ ਅਸੀਂ ਪਰਿਵਾਰ 'ਚ ਬਹਿ ਕੇ, ਜਿਵੇਂ ਮੇਰੇ ਭਤੀਜੇ ਨੇ ਤੁਹਾਡੇ ਨਾਲ ਗੱਲ ਕਰੀ, ਇਹਦਾ ਬਾਪ ਸੀਗਾ ਵੱਡਾ, ਅੱਜ ਕੱਲ੍ਹ ਉਹਦੀ ਮੌਤ ਹੋ ਗਈ। ਕਰਨੈਲ ਅਸੀਂ 3 ਬਜ਼ੁਰਗਾਂ ਦੇ ਕੰਮ ਲਾਦ ਇਕੱਠੀ ਕੰਮ ਕਰਦੇ ਸੀ। ਅਸੀਂ ਬਹਿ ਕੇ ਫੈਸਲਾ ਕਰਿਆ ਵੀ ਆਪਾਂ ਨੂੰ ਰਾਜਨੀਤੀ ਕਰਨੀ ਚਾਹੀਦੀ ਹੈ। ਫਿਰ ਉਦੋਂ ਇਹਨੂੰ ਜੇ ਕਹੀਏ ਪੰਜਾਬ ਖੇਤੀਬਾੜੀ ਯੂਨੀਅਨ ਦੀ ਬਰਾਏ ਨਾਲ ਅਸੀਂ ਇਹਦੇ ਵਿੱਚ ਸ਼ਾਮਲ ਹੋਏ। ਤੁਹਾਡੇ ਸਾਹਮਣੇ ਵੀ ਅੱਜ ਕਿੱਥੋਂ ਤੱਕ ਅਸੀਂ ਪਹੁੰਚ ਗਏ ਪੂਰੀ ਰਾਏ ਨਾਲ। ਇੱਕ ਗੱਲ ਦੱਸੋ ਪ੍ਰਧਾਨ ਜੀ ਕਿ ਤੁਸੀਂ ਤਾਂ ਬਾਹਰ ਹੀ ਰਹਿੰਦੇ ਹੋ, ਸੰਘਰਸ਼ ਦੇ ਵਿੱਚ ਰਹਿੰਦੇ ਹੋ, ਇੱਕ ਸੰਘਰਸ਼ ਮੁੱਕਦਾ ਨਹੀਂ, ਦੂਜਾ ਸੰਘਰਸ਼ ਸ਼ੁਰੂ ਹੋ ਜਾਂਦਾ, ਕਿਉਂਕਿ ਸੰਘਰਸ਼ ਤਾਂ ਚੱਲਦੇ ਰਹਿਣਾ ਤੁਹਾਡੀ ਜ਼ਿੰਦਗੀ। ਮੈਨੂੰ ਲੱਗਦਾ ਜਦੋਂ ਤੱਕ ਤੁਹਾਡੇ ਆਖਰੀ ਸਾਹ ਹੋਣਗੇ ਉਦੋਂ ਤੱਕ ਸੰਘਰਸ਼ ਹੋਏਗਾ ਹੀ ਹੋਏਗਾ। ਤੇ ਕਿਵੇਂ ਪਰਿਵਾਰ ਦਾ ਸਾਥ ਕਿਵੇਂ ਰਹਿੰਦਾ, ਕਿਉਂਕਿ ਹੁਣ ਆ ਤੁਹਾਡੀ ਤੀਜੀ ਪੀੜ੍ਹੀ ਇਸ ਸੰਘਰਸ਼ ਦੇ ਵਿੱਚ ਆ ਗਏ। ਪਹਿਲਾਂ ਤੁਹਾਡੇ ਬਾਪੂ ਜੀ ਸੀ, ਤੁਸੀਂ ਸੀ, ਗੁਰਜੰਟ ਹੋਣੇ ਸੀ, ਅੱਜ ਸੁੱਖੀ ਵੀ ਇਸ ਸੰਘਰਸ਼ਾਂ ਦੇ ਵਿੱਚ ਪੈਣ ਲੱਗ ਗਿਆ। ਇਹਨੂੰ ਕਿੱਦਾਂ ਦੇਖਦੇ ਹੋ ਨਵੀਂ ਪੀੜ੍ਹੀ ਨੂੰ ਜਦੋਂ ਤੁਹਾਡੇ ਨਾਲ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਖੜਦੀ ਹੈ? ਮੇਰਾ ਖਿਆਲ ਹੈ ਸਾਡੇ ਕੋਲ ਅਸੀਂ ਗਿਣ ਲਈਏ, ਸਾਡੇ ਕੋਲ ਵਿੱਚ ਬਿਜ਼ਨਸ ਦੇ ਮਤਲਬ ਬਾਕੀ ਖੇਤੀ ਦੇ ਵਿੱਚ ਸਾਡੇ ਕੋਲ 15 ਤਾਂ ਟਰੈਕਟਰ ਨੇ। ਜੇ ਆਪਾਂ ਗੱਲ ਕਰੀਏ ਸਾਰੇ ਬੱਚਿਆਂ ਕੋਲੇ ਮੋਟਰਸਾਈਕਲ ਹੈ। ਮੇਰੇ ਸਾਰੇ ਘਰਾਂ 'ਚ ਕਹਿ ਦਈਏ ਸਾਡਾ ਅੱਜ ਤੱਕ ਦਬਦਬਾ ਲਾ ਲਓ, ਜਥੇਬੰਦੀ ਦਾ ਲਾ ਲਓ, ਸਤਿਕਾਰ ਲਾ ਲਓ, ਚਲਾਨ ਨਹੀਂ ਕੋਈ ਕੱਟ ਸਕਦਾ। ਕਿ ਉਹਨਾਂ ਨੇ ਨਾਂ ਲੈਣਾ ਵੀ ਅਸੀਂ ਉਰਦੂ ਪ੍ਰਧਾਨ ਦੇ ਪੋਤੇ ਆ ਜਾਂ ਭਤੀਜਿਆਂ ਕਹਿ ਦੇਣਾ ਗਾ, ਕੋਈ ਮੂਹਰੇ ਹੱਥ ਨਹੀਂ ਪੁਲਿਸ ਵਾਲਾ ਦੇ ਸਕਦਾ। ਮੈਂ ਵੀ ਜਦੋਂ ਇਹਨਾਂ ਨੂੰ ਸੁਨੇਹਾ ਦਿੱਤਾ ਵੀ ਠਾਣਾ ਘੇਰਨਾ, ਪੈਰ ਜੁੱਤੀ ਫਿਰ ਸਾਡਾ ਪਰਿਵਾਰ ਵੀ ਨਹੀਂ ਪਾਉਂਦਾ ਸਾਰਾ ਲਾਣਾ, ਉਹਦੀ ਠਾਣੇ ਦੇ ਬਾਹਰ ਗਿਆ ਜਾਊਗਾ, ਅੱਧੀ ਰਾਤ ਹੋਵੇ ਵੀ ਇਹਨੂੰ ਘੇਰ ਲੈ। ਮੇਰਾ ਕਹਿਣ ਦਾ ਮਤਲਬ ਤੁਸੀਂ ਰਾਜਨੀਤੀ ਤੋਂ ਬਿਨਾਂ ਇੱਥੇ ਕੁਛ ਨਹੀਂ ਚੱਲ ਸਕਦਾ। ਜੇ ਤੁਹਾਡਾ ਰਾਜਨੀਤੀ 'ਤੇ ਕਬਜ਼ਾ ਨਹੀਂ, ਫਿਰ ਤੁਹਾਡੇ 'ਤੇ ਆਰਥਿਕਤਾ 'ਤੇ ਵੀ ਨਹੀਂ ਤੁਹਾਡਾ ਕਬਜ਼ਾ ਰਹਿਣਾ, ਉਹ ਪਾਸੇ ਚਲੀ ਜਾਊਗੀ। ਸਾਨੂੰ ਹਮੇਸ਼ਾ ਵਾਸਤੇ ਰਾਜਨੀਤੀ ਕਰਨੀ ਕਿਹੜੀ ਹੈ? ਇੱਕ ਤਾਂ ਰਾਜਨੀਤੀ ਹੈਗੀ ਠੱਗਾਂ ਦੀ, ਇੱਕ ਰਾਜਨੀਤੀ ਹੈਗੀ ਆ ਗਰੀਬ ਲੋਕਾਂ ਦੀ। ਉਹਨਾਂ ਵਾਸਤੇ ਗੱਲ ਜਿਹੜੀ ਸਰਦਾਰ ਭਗਤ ਸਿੰਘ ਨੇ ਕਰੀ, ਊਧਮ ਸਿੰਘ ਨੇ ਕਰੀ, ਚਾਚਾ ਅਜੀਤ ਸਿੰਘ ਨੇ ਕਰੀ, 10 ਪਾਤਸ਼ਾਹਾਂ ਨੇ ਕਰੀ, ਉਹ ਰਾਜਨੀਤੀ। ਅਸੀਂ ਉਹ ਰਾਜਨੀਤੀ ਕਰ ਰਹੇ ਹਾਂ ਜਿਹੜੀ ਸਾਡੇ ਵੱਡ ਵਡੇਰਿਆਂ ਨੇ ਕਰੀ ਹੈ ਲੋਕਾਂ ਵਾਸਤੇ। ਦੂਜੀ ਰਾਜਨੀਤੀ ਬਹੁਤ ਮਾੜੀ ਚੀਜ਼ ਹੈ। ਜੇ ਤੁਸੀਂ ਉਹ 'ਚ ਜਾਓਗੇ ਉਹਦੇ ਵਿੱਚ ਸੋਚੋਗੇ ਤੁਸੀਂ ਪੈਸਾ ਇਕੱਠਾ ਕਰ ਲਓ, ਆਹ ਕਰ ਲਓ, ਧਮਕਾ ਕਰ ਲਓ, ਬੰਦਾ ਚੱਕਰ 'ਚ ਪੈ ਜਾਂਦਾ ਹੈਗਾ। ਅੱਛਾ, ਇਸੇ ਧਿਆਨ ਨਾਲ ਕਿ ਲੀਡਰਾਂ ਦੇ ਉੱਤੇ ਬੜੇ ਸਵਾਲ ਉੱਠਦੇ ਨੇ ਕਿ ਪੈਸਾ ਬੜਾ ਇਕੱਠਾ ਕਰ ਲਿਆ, ਕਿੰਨਾ ਕੁ ਪੈਸਾ ਇਕੱਠਾ ਕਰ ਲਿਆ, ਕਿੰਨੀ ਕੁ ਜ਼ਮੀਨ ਬਣਾ ਲਈ? ਮੇਰਾ ਖਿਆਲ ਹੈ ਮੇਰੇ ਕੋਲ 16 ਕਿੱਲੇ ਵਾਹਨ ਸੀਗਾ ਜਿਹੜਾ ਵੰਡਿਆ ਮੈਨੂੰ ਆਇਆ ਸੀਗਾ, ਅਤੇ ਮੈਂ ਘਰੋਂ ਇਕੱਲਾ ਸੀ। ਮੇਰੇ 4 ਕਿੱਲੇ ਵਿਕੇ ਨੇ, ਹੁਣ ਮੇਰੇ ਕੋਲ 12 ਕਿੱਲੇ ਨੇ। ਨਾ ਕਰਨਾ ਵਿਆਹ ਕੁੜੀ ਦਾ ਕਰਨਾ, ਮੁੰਡੇ ਦਾ ਵਿਆਹ ਕਰਨਾ, ਖਰਚੇ ਤਾਂ ਰਹਿੰਦੇ ਨੇਗੇ। ਮੈਂ ਲੋਕਾਂ ਨੂੰ ਬਹੁਤ ਪ੍ਰੇਰਿਤ ਕਰਦਾ ਵੀ ਜ਼ਮੀਨ ਨਹੀਂ ਵੇਚਣੀ ਚਾਹੀਦੀ। ਖੁਦ ਮੈਨੂੰ ਮਜਬੂਰ ਹੋ ਕੇ ਆਪਦੇ 4 ਕਿੱਲੇ ਵੇਚਣੇ ਪਏ ਹੈ। ਚਲੋ ਕੋਈ ਨਹੀਂ, ਪਰ ਮੈਂ ਅੱਜ ਤੱਕ ਮੇਰੇ ਪਰਿਵਾਰ ਨੇ ਅਸੀਂ ਬੜਾ ਰਾਜਨੀਤੀ ਹਿੱਸਾ ਲੈਂਦੇ ਹਾਂ, ਵੋਟਾਂ 'ਚ ਹਿੱਸਾ ਲੈਂਦੇ ਹਾਂ। ਜਿੰਨਾ ਮੇਰਾ ਆਪਦਾ ਸਕਾ ਪਰਿਵਾਰ ਹੈ, ਅਸੀਂ ਹਾਲੇ ਵੋਟਾਂ 'ਚ ਮਦਦ ਕਰ ਦਾਂਗੇ। ਅਸੀਂ ਜਾ ਕੇ ਮਤਲਬ ਉਹਨਾਂ ਦੇ ਘਰੇ ਕਦੇ ਜਦ ਦਾਰੂ ਪਹਿਲਾਂ ਮੇਰਾ ਇੱਕ ਬੱਚਾ ਵੀ ਮੇਰਾ ਆਪਦੇ ਸਕੇ ਨੇ ਜਿਹੜੇ ਆਪਦੇ ਘਰੇ ਕੁਛ ਕਰਨ, ਖਾਣ ਪੀਣ। ਅਸੀਂ ਕਿਸੇ ਰਾਜਨੀਤੀ ਕਰਨ ਦੇ ਜਾ ਕੇ ਉਹ ਨਹੀਂ ਕਰਦੇ, ਖਾਣ ਦਾਰੂ ਪੀਣ ਦਾ ਕੰਮ ਨਹੀਂ ਕਰਦੇ। ਇਹ ਪੱਕਾ ਮੈਨੂੰ ਇਸ ਗੱਲ ਤੋਂ ਖੁਸ਼ੀ ਹੈ। ਜੇ ਮੇਰਾ ਲਾਣਾ ਨਾਲ ਹੈ, ਪਰਿਵਾਰ ਨਾਲ ਹੈ, ਫਿਰ ਹੀ ਲੀਡਰੀ ਚੱਲਦੀ ਹੈ। ਤੂੰ ਜਾ ਕੇ ਪੁੱਛ ਕੇ ਆਉਂਗੇ, ਗੱਲਬਾਤ ਕਰਕੇ ਗੁੱਸੇ ਗੱਲੇ ਪਰਿਵਾਰਾਂ 'ਚ ਹੋ ਜਾਂਦੇ ਨੇ, ਇਹਦੀ ਮਦਦ ਕਰੀ ਗਈ, ਇਹਦਾ ਆਹ ਕਰਤਾ। ਮੇਰਾ ਇੱਕ ਸੁਭਾਅ ਰਿਹਾ, ਜੇ ਮੇਰੇ ਪੋਤੇ ਪਾਤੇ ਨੇ ਕਿਸੇ ਨੇ ਗਲਤ ਜਾ ਕੇ ਲੜਾਈ ਕਰ ਲਈ, ਮੈਂ ਉਹਦੀ ਇੱਕ ਵਾਰ ਮਦਦ ਕਰਦਾ ਕਿ ਇਹਨਾਂ ਦਾ ਮੈਨੂੰ ਛੁਡਾ ਦੇਣਾ ਕਹਿ ਕੇ ਵੀ ਚੱਲ ਜੀ ਕੋਈ ਗੱਲ ਨਹੀਂ। ਜੇ ਉਹਨੇ ਦੂਜੀ ਵਾਰ ਕਰ ਲਈ, ਮੈਂ ਕਹਿੰਦਾ ਮੈਨੂੰ ਤੇਰੀ ਸਤਿ ਸ੍ਰੀ ਅਕਾਲ ਦੀ ਲੋੜ ਨਹੀਂ, ਤੈਨੂੰ ਮੈਂ ਗਲਤ ਰਸਤੇ ਪਾਊਂਗਾ। ਮੈਂ ਆਪਦੇ ਸਾਰਾ ਪਰਿਵਾਰ ਸਿੱਧੇ ਰਸਤੇ ਪਾਇਆ ਹੋਇਆ, ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਜਾ ਕੇ ਲੜਨਾ। ਹਾਂ ਲੜੋ, ਫਿਰ ਅਫਸਰਸ਼ਾਹੀ ਨਾਲ ਲੜੋ, ਘੇਰ ਲਓ। ਲੜਨਾ ਸਰਕਾਰ ਨਾਲ ਲੜੋ, ਕਿਸੇ ਗਰੀਬ ਬੰਦੇ ਨਾਲ ਜਾ ਕੇ ਲੜ ਕੇ ਉੱਥੇ ਆਪਣਾ ਕੀ ਚੱਲਦਾ ਹੁੰਦਾ ਹੈਗਾ। ਪਰਿਵਾਰ ਇਸ ਗੱਲ 'ਤੇ ਮੇਰੇ ਕਹਿਣੇ ਚੱਲਦਾ ਹੈਗਾ। ਸੁੱਖੀ ਦੀ ਗੱਲ ਕਰ ਰਹੇ ਸੀ, ਅਸਲ ਕਾਰਨ ਵੀ ਇਹੀ ਬਣਿਆ ਕਿ ਸੁੱਖੀ ਦੇ ਨਾਲ ਗੱਲਬਾਤ ਕਰੀਏ ਤੇ ਤੀਜੀ ਪੀੜ੍ਹੀ ਦਾ ਮਤਲਬ ਤੁਹਾਡੇ ਨਾਲ ਆ ਕੇ ਬੈਠਿਆ ਹੈਗਾ। ਹੁਣ ਜਦੋਂ ਸੁੱਖੀ ਵੀ ਜਾ ਕੇ ਕਈ ਵਾਰੀ ਦਫ਼ਤਰ ਵੀ ਘੇਰੇ ਨੇ, ਕਈ ਵਾਰੀ ਜਾ ਕੇ ਧਰਨੇ ਵੀ ਦਿੱਤੇ ਨੇ, ਤੇ ਹਜੇ ਉਮਰ ਵੀ ਕੋਈ ਖਾਸ ਨਹੀਂ ਹੈਗੀ, ਤਾਂ ਕਿੱਦਾਂ ਦੇਖਦੇ ਹੋ ਆਪਣੇ ਨਵੇਂ ਖੂਨ ਨੂੰ? ਆਪਣੇ ਵਿੱਚ ਜਿਹੜੀ ਇੱਕ ਜੋਤ ਜਰ ਰਹੀ ਹੈ, ਇੱਕ ਸੰਘਰਸ਼ ਦੀ ਜਿਹੜੀ ਇੱਕ ਲਾਟ ਹੈ, ਉਹ ਇੱਧਰ ਵੀ ਮਚ ਰਹੀ ਹੈ। ਮੈਂ ਤੁਹਾਨੂੰ ਗੱਲ ਦੱਸਦਾ ਨਾ, ਆਪਾਂ ਪਹਿਲਾਂ ਜੋ ਗਾਈਆਂ ਰੱਖਣ ਲੱਗੇ ਸੀਗੇ, ਪਹਿਲਾਂ ਉਹ 30% ਹੁੰਦੀ ਵੀ ਯਾਰ ਦੂਜੇ ਸੂਏ ਉਹ ਜੀ 60% ਹੋ ਗਈ, ਫਿਰ ਉਹ 100%। ਇਹ ਸੁੱਖੀ ਤਾਂ 100% ਬਣੂਗਾ ਆਉਣ ਵਾਲੇ ਲੀਡਰ। ਕਿਉਂ? ਮੈਂ ਪਹਿਲਾਂ ਕਰੀ ਹੈ, ਫਿਰ ਇਹ ਤਾਂ ਕੰਮ ਕਰਦਾ ਹੈਗਾ। ਇਹ ਸਾਥੋਂ 2 ਬੰਦਿਆਂ ਤੋਂ ਸਿੱਖਿਆ ਲਊਗਾ, ਆਪਦੇ ਗਵਾਂਢੀਆਂ ਤੋਂ ਸਿੱਖਿਆ ਲਊਗਾ, ਆਪਦੇ ਆਲੇ ਦੁਆਲੇ ਤੋਂ ਸਿੱਖਿਆ ਲਊਗਾ। ਪਰ ਮੈਂ ਇਹਨੂੰ ਅੱਜ ਵੀ ਸਮਝਾਉਣਾ, ਉਹ ਵਿਚਾਰ ਨਹੀਂ ਸਾਡੇ 'ਚ ਆਉਣੇ ਚਾਹੀਦੇ ਜਿਹੜੇ ਪਹਿਲਾਂ ਨੇ।
ਉਹ ਵਿਚਾਰ ਪਾਸੇ ਕੱਢ ਕੇ ਰੱਖਣੇ ਨੇ। ਸਮਾਜਵਾਦ ਵਿਚਾਰ ਹਮੇਸ਼ਾ ਵਾਸਤੇ ਤੁਹਾਡੇ ਦਿਮਾਗ 'ਚ ਸਮਾਜਵਾਦ ਵਿਚਾਰ ਚਾਹੀਦੇ। ਲੋਕ ਤੁਹਾਨੂੰ ਗਾਲਾਂ ਕੱਢ, ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਕਹਿਤਾ ਸੀਗਾ, ਉਹ ਤਾਂ ਕਹੀ ਦਿੰਦੇ ਹੁੰਦੇ ਨੇ, ਕੋਈ ਫਰਕ ਨਹੀਂ ਪੈਂਦਾ। ਤੁਸੀਂ ਆਪਦਾ ਠੰਡੇ ਮਤੇ ਨਾਲ ਚੱਲੀ ਜਾਓ, ਤੁਹਾਡੇ ਦਿਮਾਗ 'ਚ ਸਮਾਜਵਾਦ ਵਿਚਾਰ ਚਾਹੀਦੇ ਨੇ, ਤੁਸੀਂ ਕਦੇ ਵਾਸਤੇ ਨਹੀਂ ਹਾਰੋਗੇ, ਜਿੱਤੋਗੇ। ਕਿਉਂਕਿ ਲਾਸਟ ਸਵਾਲ ਤੁਹਾਡੇ ਤੋਂ ਲੈ ਕੇ ਫਿਰ ਮੈਂ ਇੰਟਰਵਿਊ ਨੂੰ ਵਾਈਂਡ ਅਪ ਕਰਦਾ, ਤੇ ਕੀ ਲੱਗਦਾ ਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਸ ਤਰੀਕੇ ਨਾਲ ਪ੍ਰਧਾਨ ਜੀ ਦੱਸ ਰਹੇ ਸੀਗੇ ਜਾਂ ਸੰਘਰਸ਼ ਤੁਸੀਂ ਵਿੱਢਿਆ ਹੈਗਾ, ਕੀ ਲੱਗਦਾ ਕੀ ਹੈ, ਤੁਸੀਂ ਕੀ ਸੋਚਦੇ ਹੋ ਕਿ ਬਾਪੂ ਜੀ ਦਾ ਖੂਨ ਸੀਗਾ, ਉੱਦਾਂ ਵੀ ਚੱਲਦਾ ਸੀ, ਫਿਰ ਤਾਇਆ ਜੀ ਵੀ ਵਿੱਚ ਸੀਗੇ, ਫਿਰ ਤੁਸੀਂ ਵੀ ਸੀਗੇ, ਹੁਣ ਕੀ ਮੰਨਦੇ ਹੋ ਇਸ ਚੀਜ਼ ਨੂੰ ਜਿਹੜੀ ਇਸ ਸੰਘਰਸ਼ ਦੇ ਵਿੱਚ ਤੁਸੀਂ ਪਏ ਹੋ? ਸਾਡੇ ਪੁਰਖਾਂ ਨੇ ਹੀ ਸਾਨੂੰ ਲੜਨਾ ਸਿਖਾਇਆ। ਆਪਦੇ ਹੱਕਾਂ ਲਈ ਲੜਾਂਗੇ, ਜਿੰਨਾ ਚਿਰ ਜਾਨ ਰਹੂਗੀ ਮਰਦੇ ਦਮ ਤੱਕ ਲੜਾਂਗੇ। ਜਿਵੇਂ ਤੁਹਾਡੇ ਤੁਸੀਂ ਤਾਇਆ ਜੀ ਦੀ ਗੱਲ ਸੁਣੀ ਆ, ਖੇਤੀ ਕਰਦੇ ਆ, ਉਹਨਾਂ ਦੇ ਹੱਥ ਦੇਖੋ ਤੁਸੀਂ, ਹੱਥਾਂ 'ਤੇ ਕੀ ਰਿਐਕਸ਼ਨ ਨੇ। ਇਹ ਕੀ ਕਰਨਾ ਕੀ ਚਾਹੁੰਦੇ ਆ? ਫਾਰਮਰ ਨੂੰ ਮਾਰਨਾ ਚਾਹੁੰਦੇ ਆ। ਇਹ ਨੀਤੀਆਂ ਇਹ ਨੇ। ਅਸੀਂ ਸਾਨੂੰ ਹੱਕ ਚਾਹੀਦੇ ਆ, ਅਸੀਂ ਲੜਦੇ ਦਮ ਤੱਕ ਲੜਾਂਗੇ, ਆਖਰੀ ਦਮ ਤੱਕ। ਠੀਕ ਹੈ ਜੀ। ਜਿੰਨੇ ਧਰਨਿਆਂ 'ਤੇ ਜਾਣਾ ਪਊ ਮੈਂ ਜਾਊਂਗਾ। ਮੇਰੇ ਦਾਦਾ ਜੀ ਨੇ ਮੈਨੂੰ ਇੱਕ ਗੱਲ ਸਿਖਾਈ ਆ, ਪੀਸਫੁਲੀ ਪ੍ਰੋਟੈਸਟ ਕਰਨਾ। ਅਸੀਂ ਕਿਸੇ ਨਾਲ ਧੱਕਾਸ਼ਾਹੀ ਨਹੀਂ ਕਰਦੇ। ਜੇ ਸਾਡੇ ਨਾਲ ਪੁਲਿਸ ਜਾਂ ਕੋਈ ਵੀ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰਦਾ ਤਾਂ ਸਾਡੇ ਨਾਲ ਲੋਕ ਜੁੜਨਗੇ। ਮੇਰੇ ਦਾਦਾ ਜੀ ਨੇ ਇੱਕ ਗੱਲ ਕਹੀ ਸੀ, ਜਦੋਂ ਮੈਂ ਹੁਣ ਪ੍ਰੋਟੈਸਟ ਕੀਤਾ ਮਾਨਸਾ ਵਿੱਚ, ਉਹ ਕਹਿੰਦੇ ਤੁਸੀਂ ਬਹਿ ਜਾਓ ਚੁੱਪ ਕਰਕੇ, ਜੇ ਤੁਹਾਨੂੰ ਪੁਲਿਸ ਕੁਛ ਵੀ ਕਹਿੰਦੀ ਆ। ਮੈਨੂੰ ਇੱਥੇ ਇੰਸਪੈਕਟਰ ਨੇ ਕਿਹਾ, ਕਹਿੰਦਾ ਤੇਰੇ ਮੈਂ ਥੱਪੜ ਮਾरूँ। ਮੈਂ ਚਲੋ ਮਾਰ ਲਓ, ਕੀ ਚਲੋ ਤੁਹਾਡੇ ਕੋਲੇ ਪਾਵਰ ਆ, ਮੈਂ ਥੱਪੜ ਮਾਰੋ, ਪੀਸਫੁਲੀ ਪ੍ਰੋਟੈਸਟ ਕਰ ਰਹੇ ਆ ਆਪਾਂ, ਥੱਪੜ ਮਾਰ ਲਓ, ਖਾ ਲਾਂਗੇ, ਫਿਰ ਕੀ ਆ, ਤੁਹਾਡੇ ਕੋਲੇ ਪਾਵਰ ਆ, ਤੁਸੀਂ ਪਾਵਰ 'ਚੋਂ ਸਾਡੇ ਉੱਥੇ ਵੀ ਬੰਦਿਆਂ ਨੂੰ ਤੁਸੀਂ ਕੁੱਟੀ ਜਾਂਦੇ ਹੋ, ਲਾਠੀ ਚਾਰਜ ਕਰਦੇ ਹੋ, ਤੁਸੀਂ ਧੱਕਾਸ਼ਾਹੀ ਕਰਦੇ ਹੋ, ਸਾਡੇ 'ਤੇ ਪਰਚੇ ਦਰਜ ਕਰਦੇ ਹੋ। ਸਭ ਤੋਂ ਦੇਸ਼ ਲਈ ਮਾੜੀ ਗੱਲ ਪਤਾ ਕਿਦੋਂ ਹੁੰਦੀ ਆ? ਜਦੋਂ ਦੇਸ਼ 'ਚ ਇੱਕ ਕੁੜੀ ਦਾ ਬਲਾਤਕਾਰ ਹੁੰਦਾ ਤੇ ਉਹਦੀ ਬੋਡੀ ਨੂੰ ਰਾਤ ਨੂੰ ਜਲਾਇਆ ਜਾਂਦਾ। ਠੀਕ ਆ। ਜਿੱਥੇ ਤੁਹਾਨੂੰ ਪੈਟਰੋਲ 32 ਰੁਪਏ ਮਿਲਣਾ ਚਾਹੀਦਾ, ਉੱਥੇ ਤੁਹਾਨੂੰ 90 ਰੁਪਈਆਂ ਤੋਂ ਉੱਤੇ 100 ਰੁਪਏ ਦੇ ਕਰੀਬ ਮਿਲਦਾ। ਇਹ ਦੇਸ਼ ਲਈ ਸ਼ਰਮਨਾਕ ਗੱਲਾਂ ਹੁੰਦੀਆਂ। ਜਿੱਥੇ ਤੁਹਾਡਾ ਯੂਥ ਬੇਰੁਜ਼ਗਾਰ ਫਿਰ ਰਿਹਾ, ਇਹ ਤੁਹਾਡੇ ਲਈ ਬੇਸ਼ਰਮੀ ਦੀ ਗੱਲ ਆ। ਇਹ ਦੇਸ਼ ਨੂੰ ਕੀ ਕਰ ਰਹੇ ਨੇ? ਪਜ਼ਲਿੰਗ 'ਚ ਕਰ ਰਹੇ ਨੇ। ਮੈਂ ਆਪਦੇ ਦਾਦੇ ਨਾਲ ਅੱਜ ਵੀ ਖੜਾ, ਕੱਲ੍ਹ ਨੂੰ ਵੀ ਖੜੂੰਗਾ, ਮਰਦੇ ਦਮ ਤੱਕ ਖੜੂੰਗਾ। ਇਹਨਾਂ ਦੇ ਵਿਚਾਰਧਾਰਾ 'ਤੇ ਚੱਲਾਂਗੇ। ਸੋ ਬਿਲਕੁਲ ਇਹ ਸੀ 3 ਪੀੜ੍ਹੀਆਂ ਜਿਹੜੀਆਂ ਵਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ। ਮਕਸਦ ਇਹੀ ਸੀ ਕਿ ਘਰ ਵਿੱਚ ਜਾ ਕੇ, ਪਰਿਵਾਰ ਦੇ ਵਿੱਚ ਜਾ ਕੇ ਉਹਨਾਂ ਦੀਆਂ ਕਹਾਣੀਆਂ, ਉਹਨਾਂ ਦੀ ਜ਼ਿੰਦਗੀ ਦੇ ਤਜਰਬੇ, ਉਹਨਾਂ ਦੇ ਅਨੁਭਵ ਤੁਹਾਡੇ ਨਾਲ ਸਾਂਝੇ ਕੀਤੇ ਜਾਣ, ਕਿਉਂਕਿ ਬਹੁਤ ਜ਼ਰੂਰੀ ਹੈ। ਇਹ ਉਹ ਲੀਡਰ ਨੇ, ਕਿਸਾਨ ਲੀਡਰ ਨੇ, ਜਿਹੜੇ ਇਸ ਵੇਲੇ ਕਿਸਾਨ ਅੰਦੋਲਨ ਨੂੰ ਚਲਾ ਰਹੇ ਨੇ, ਇਸ ਵੇਲੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਡਟੇ ਹੋਏ ਨੇ। ਮਹਾ ਪੰਚਾਇਤ ਕਰਕੇ ਬਰਨਾਲਾ ਦੇ ਵਿੱਚ ਅੱਜ ਰੈਲੀ ਦੇ ਵਿੱਚ ਸੰਬੋਧਨ ਹੋਣ ਜਾਣਾ ਸੀ, ਉਸ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਬਿਨਾਂ ਦੱਸੇ ਮਾਨਸਾ ਦੇ ਵਿੱਚ ਆ ਗਏ ਤੇ ਕੋਸ਼ਿਸ਼ ਕਰਦੇ ਸੀ ਕਿ ਇਹਨਾਂ ਦੇ ਪਰਿਵਾਰ ਤੋਂ ਜਾਣੀਏ ਕਿ ਲੀਡਰੀ ਨੇ ਆਖਰ ਇਹਨਾਂ ਨੂੰ ਦਿੱਤਾ ਕੀ ਹੈ। ਵਾਧਾ ਘਾਟਾ ਤੁਸੀਂ ਸੁਣਿਆ ਕਿ ਆਖਰ ਲੀਡਰੀ ਦੇ ਵਿੱਚ 30 40 ਸਾਲ ਦਾ ਤਜਰਬਾ ਹੋ ਗਿਆ, ਤਾਂ ਹੀ ਅੱਜ ਸੰਘਰਸ਼ ਨੂੰ ਇੱਥੇ ਤੱਕ ਲੈ ਕੇ ਆਏ ਨੇ। ਜੇਕਰ ਸਾਡੀ ਇਸ ਲੜੀ ਨੂੰ ਤੁਹਾਨੂੰ ਚੰਗੀ ਲੱਗੀ ਹੋਵੇ, ਗੱਲਬਾਤ ਚੰਗੀ ਲੱਗੀ ਹੋਵੇ, ਤਾਂ ਇਸ ਨੂੰ ਗਾਹਾਂ ਜ਼ਰੂਰ ਤੋਰ ਦਿਓ। ਕੈਮਰਾਮੈਨ ਦੀਪਕ ਦੇ ਨਾਲ ਮੈਨੂੰ ਆਨੰਦਪ੍ਰੀਤ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।